ਡੰਡਾਉਤ ਬੰਦਨਨ ਕਬਾਰ। ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ। ਨਾਨਕ ਦੇ ਕਰ ਹੱਥ ਦੀਨ ਦਰਦ ਦੁਖ ਭੰਜਨਾ। ਘਟ ਘਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ। ਨਾਨਕ ਕੇ ਪ੍ਰਭ ਸਾਥ ਤੁਮਰੀ ਸ਼ਰਨ ਤੁਮਾਰੀ ਆਸਾ। ਤੁਮ ਹੀ ਸੱਜਣ ਸੁਹੇਲੇ ਰਾਖੋ ਰਾਖਨਹਾਰ ਦਇਆਲਾ। ਨਾਨਕ ਕਰਕੇ ਬੋਲੇ ਰਾਖੋ ਰਾਖਨਹਾਰ ਦਇਆਲਾ। ਨਾਨਕ ਕਰਕੇ ਬੋਲੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੇ ਅੰਮ੍ਰਿਤ ਬਚਨ ਬਾਣੀ ਸਾਧੂ ਜਨ ਜਪਹਿ। ਹਰ ਬਿਚਿਤ ਚਾਓ ਆਨੰਦ ਨਿਤ ਮੰਗਲ। ਗੁਰ ਦਰਸ਼ਨ ਸਫਲ ਸੰਸਾਰ। ਸੰਸਾਰ ਸਫਲ ਗੰਗਾ ਗੁਰ ਦਰਸ਼ਨ। ਪਰਸਨ ਪਰਮ ਪਵਿੱਤਰ ਗਤੇ। ਜੀਤੇ ਹੈ ਜਮ ਲੋਕ ਪਤਤ ਜੇ ਪ੍ਰਾਣੀ। ਹਰ ਜਨ ਸਿਵ ਗੁਰ ਗਿਆਨ ਰਤੇ। ਰਘਵੰਸ ਤਿਲਕ ਸੁੰਦਰ ਦਸਰਥ ਘਰ। ਮੁਨ ਬਾਂਛੈ ਜਾ ਕੀ ਸਰਣੰ। ਸਤ ਗੁਰ ਗੁਰ ਸੇਵ ਅਲਖ ਗਤ ਜਾ ਕੀ। ਸ੍ਰੀ ਰਾਮਦਾਸ ਤਾਰਨ ਤਰਣੰ। ਜਿਹ ਅੰਮ੍ਰਿਤ ਬਚਨ ਬਾਣੀ ਸਾਧੂ ਜਨ ਜਪਹਿ। ਕਰ ਬਿਚਿਤ ਚਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਤਸਲ ਕਿਰਪਾ ਦੇਖ ਜਾਣੇ ਜੁਗ ਜੁਗ ਅਟਲ। ਦਸਾਹੀਂ ਪਾਤਸ਼ਾਹੀਆਂ ਦੀ ਜਾਗਦੀ ਜੋਤ ਧੰਨ ਧੰਨ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਆਮਨ ਹਜ਼ੂਰ ਸਤਿਗੁਰੂ ਜੀ ਦੀ ਅਪਾਰ ਰਹਿਮਤ ਬਖਸ਼ਿਸ਼ ਨਾਲ ਅੰਮ੍ਰਿਤ ਵੇਲੇ ਤੋਂ ਸੁੰਦਰ ਦੀਵਾਨ ਸਜੇ ਹਨ। ਪੰਜ ਗੁਰਬਾਣੀਆਂ ਦੇ ਨਿਤਨੇਮ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਆਸਾ ਜੀ ਦੀ ਵਾਰ ਦਾ ਪਾਵਨ ਕੀਰਤਨ ਹੋਇਆ। ਸਤਿਗੁਰੂ ਗਰੀਬ ਨਿਵਾਸ ਜੀ ਦੇ ਪਾਵਨ ਸਰੂਪਾਂ ਦੇ ਪ੍ਰਕਾਸ਼ਮਾਨ ਦੀ ਸੇਵਾ ਹੋਈ ਹੈ। ਸਤਿਗੁਰੂ ਜੀ ਨੇ ਸ਼੍ਰੀ ਮੁਖ ਆਗ ਬਖਸ਼ਿਸ਼ ਕੀਤੇ। ਗੁਰੂ ਕੀਆਂ ਸੰਗਤਾਂ ਨੇ ਅੰਮ੍ਰਿਤ ਵੇਲੇ ਦੇ ਤੋਂ ਦੀਵਾਨ ਦੀਆਂ ਹਾਜ਼ਰੀਆਂ ਭਰਦਿਆਂ ਗਰੀਬ ਨਿਵਾਸ ਸਤਿਗੁਰੂ ਜੀ ਦੇ ਸਫਲ ਦਰਸ਼ਨ ਦੀਦਾਰ ਕਰਦਿਆਂ ਅੰਮ੍ਰਿਤ ਬਾਣੀ ਨੂੰ ਗਾ ਸੁਣ ਕਰਕੇ ਹੱਥਾਂ ਦੇ ਨਾਲ ਸਤਿਗੁਰੂ ਜੀ ਦੀ ਟਹਿਲ ਸੇਵਾ ਕਰਕੇ ਭਾਰੀ ਲਾਹਾ ਪ੍ਰਾਪਤ ਕੀਤਾ ਹੈ। ਆਓ ਗੁਰੂ ਪ੍ਰੇਮੀਓ, ਹੁਣ ਕੁਝ ਸਮੇਂ ਵਾਸਤੇ ਪਾਵਨ ਗੁਰਬਾਣੀ ਦੀ ਲੜੀਵਾਰ ਕਥਾ ਜੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 1401 ਅੰਗ ਦੇ ਉੱਪਰ ਸੁਭਾਇਮਾਨ ਹੈ। ਇੱਥੋਂ ਕਥਾ ਪ੍ਰਾਰੰਭ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਕੇ
ਭੱਟ ਬਾਣੀ ਨੂੰ ਧੰਨ ਗੁਰੂ ਅਰਜਨ ਦੇਵ ਜੀ ਨੇ ਲਿਖਾਉਣਾ ਕੀਤਾ ਹੈ। ਭੱਟਾਂ ਨੇ ਸਤਿਗੁਰੂ ਨਾਨਕ ਦੇਵ ਜੀ ਤੋਂ ਲੈ ਕਰਕੇ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਤੱਕ ਇਹ ਪਾਵਨ ਬਾਣੀ ਸੋ ਸਤਿਗੁਰਾਂ ਦੀ ਉਸਤਤ ਉਚਾਰਨ ਕੀਤੀ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਵਨ ਸਵਈਏ ਉਸਤਤ ਵਾਲੇ, ਇਸੇ ਤਰ੍ਹਾਂ ਫਿਰ ਗੁਰੂ ਅੰਗਦ ਦੇਵ ਮਹਾਰਾਜ ਔਰ ਸਤਿਗੁਰੂ ਅਮਰਦਾਸ ਮਹਾਰਾਜ ਜੀ। ਹੁਣ ਸਤਿਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਇਹ ਸਵਈਏ ਜੋ ਸਤਿਗੁਰੂ ਜੀ ਦੀ ਉਸਤਤ ਉਚਾਰਨ ਕੀਤੀ ਹੈ, ਇਹ ਕਥਾ ਆਪਾਂ ਪਿਛਲੇ ਦਿਨਾਂ ਤੋਂ ਪ੍ਰਾਰੰਭ ਜੋ ਸਰਵਣ ਕਰ ਰਹੇ ਹਾਂ। ਸੋ ਆਓ ਪਿਆਰਿਓ, ਪਿੱਛੇ ਜੋ ਹੈ ਭੱਟ ਜੱਲਣ ਜੀ ਦੇ ਸਵਈਏ ਜੋ ਹਨ ਸੰਪੂਰਨ ਹੋਏ ਹਨ। ਔਰ ਹੁਣ ਉਸ ਤੋਂ ਬਾਅਦ ਦਾਸ ਭੱਟ ਜੀ ਦੇ ਜੋ 16ਵੇਂ ਸਵਈਏ ਤੱਕ ਜੋ ਕਥਨ ਕੀਤੇ ਹੈ, ਹੁਣ ਇਹ ਗੰਗਾ ਭੱਟ ਦੇ 5 ਸਵਈਏ ਹਨ, ਜਿਨ੍ਹਾਂ ਵਿੱਚੋਂ ਇੱਕ ਸਵਈਏ ਦੀ ਕਥਾ ਕੱਲ੍ਹ ਹੋ ਚੁੱਕੀ ਹੈ। ਅੱਗੇ ਆਪ ਜੀ ਨੇ ਗ੍ਰੰਥੀ ਸਿੰਘ ਜੀ ਪਾਸੋਂ ਇਹ ਪਾਵਨ ਬਾਣੀ ਦਾ ਪਾਠ ਸਰਵਣ ਕੀਤਾ ਹੈ। ਇਹ ਦੂਜਾ ਸਵਈਆ ਗੰਗਾ ਭੱਟ ਜੀ ਦਾ ਉਚਾਰਨ ਕੀਤਾ ਹੈ। ਭੱਟ ਗੰਗਾ ਜੀ ਉਚਾਰਨ ਕਰਦੇ ਹਨ ਕਿ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ। ਇਹ ਪਿਆਰਿਓ, ਸਤਿਗੁਰੂ ਰਾਮਦਾਸ ਮਹਾਰਾਜ ਜੀ ਦੀ ਉਸਤਤ ਉਚਾਰਨ ਕਰੀਏ, ਸਤਿਗੁਰੂ ਜੀ ਦੀ ਸੇਵਾ ਕਰੀਏ। ਸਤਿਗੁਰ ਗੁਰ ਸੇਵ ਲਖ ਗਤ ਜਾ ਕੀ, ਸ੍ਰੀ ਰਾਮਦਾਸ ਤਾਰਨ ਤਰਣ। ਸਤਿਗੁਰੂ ਜੋ ਪੂਜਨੀਕ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਹਨ, ਸੱਚੇ ਗੁਰੂ, ਜਿਨ੍ਹਾਂ ਦੀ ਗਤੀ ਅਲਖ ਹੈ, ਅਸ਼ੁੱਧ ਬੁੱਧੀ ਦੁਆਰਾ ਜਾਣੀ ਨਹੀਂ ਜਾ ਸਕਦੀ। ਤੈਨਾਂ ਸਤਿਗੁਰੂ ਜੀ ਦੀ ਜੋ ਸਤਿਗੁਰੂ ਗਰੀਬ ਨਿਵਾਜ ਸੰਸਾਰ ਸਮੁੰਦਰ ਤੋਂ ਜਹਾਜ਼ ਦੀ ਤਰ੍ਹਾਂ ਤਾਰਨ ਵਾਲੇ ਹਨ, ਉਹਨਾਂ ਦੀ ਬਾਣੀ ਜਿਹ ਅੰਮ੍ਰਿਤ ਬਚਨ ਬਾਣੀ, ਜਿਨ੍ਹਾਂ ਦੀ ਬਾਣੀ ਅੰਮ੍ਰਿਤ ਹੈ, ਜਿਨ੍ਹਾਂ ਦੇ ਬਚਨ ਸਤਿਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ, ਬਾਹ ਬਿਖਾਦੀ ਦੁਸ਼ਟ ਅਪਵਾਦੀ ਤੇ ਪੁਨੀਤ ਸੰਘਾਰੇ। ਕੋਇ ਨ ਜਾਣੈ ਕੋਇ ਨ ਮਾਨੈ, ਸੇ ਪ੍ਰਗਟ ਹਰਿ ਦੁਆਰੈ। ਜਨਮ ਭਵੰਤੇ ਨਰਕ ਪੜੰਤੇ, ਤਿਨ ਕੇ ਕੁਲ ਉਧਾਰੇ। ਕਮਨ ਉਪਮਾ ਦਿਓ ਨਿਰਗੁਣ ਕੇ ਦਾਤਾਰੇ। ਇਹ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੀ ਕਿਹੜੀ ਵਡਿਆਈ ਤੇ ਕਿਹੜੀ ਉਪਮਾ ਕਰੀਏ। ਨਿਰਗੁਣਾਂ ਨੂੰ ਰੱਖਣ ਵਾਲੇ ਹਨ ਸਤਿਗੁਰੂ, ਦਾਤਾਂ ਬਖਸ਼ਣ ਵਾਲੇ ਹਨ। ਇਹੋ ਜਿਹੀ ਉਪਮਾ ਵਾਲੇ ਸਤਿਗੁਰੂ ਗਰੀਬ ਨਿਵਾਜ, ਜਿਨ੍ਹਾਂ ਦੇ ਬਚਨ ਇਹ ਜੋ ਸਤਿਗੁਰੂ ਜੀ ਦੇ ਉਚਾਰੇ ਹੋਏ ਅੰਮ੍ਰਿਤਮਈ ਬਚਨ ਸਾਧੂ ਜਨ ਜਪਹਿ। ਸਾਧੂ ਮਹਾਤਮਾ ਪਰਮੇਸ਼ਰ ਦੇ ਪਿਆਰੇ ਜਪਦੇ ਹਨ, ਕਰ ਵਿਚਿਤ ਚਾਓ। ਵਿਸ਼ੇਸ਼ ਕਰਕੇ ਚਿੱਤ ਵਿੱਚ ਉਤਸ਼ਾਹ ਦੇ ਨਾਲ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਨੂੰ ਸਾਰੇ ਮਹਾਤਮਾ ਜਨ ਪਰਮੇਸ਼ਰ ਨੂੰ ਮੰਨਣ ਵਾਲੇ ਆਸਤਕ ਪੜ੍ਹਦੇ ਹਨ, ਸੁਣਦੇ ਹਨ। ਆਨੰਦ ਨਿਤ ਮੰਗਲ
ਗੁਰ ਦਰਸ਼ਨ ਸਫਲ ਸੰਸਾਰ। ਸਤਿਗੁਰੂ ਜੀ ਦੇ ਦਰਸ਼ਨ ਕਰਕੇ ਇਸ ਸੰਸਾਰ ਵਿੱਚ ਆਉਣਾ ਸਫਲ ਹੋ ਜਾਂਦਾ। ਆਨੰਦ ਸਦਾ ਹੀ ਖਿੜਿਆ ਰਹਿੰਦਾ ਹੈ। ਮੰਗਲ ਖੁਸ਼ੀਆਂ ਉਹਦੇ ਹਿਰਦੇ ਰੂਪੀ ਘਰ ਵਿੱਚ ਅਥਵਾ ਪ੍ਰਤੱਖ ਘਰ ਵਿੱਚ ਸਦਾ ਹੀ ਉੱਥੇ ਵਾਸਾ ਕਰ ਲੈਂਦੀਆਂ ਹਨ। ਸੰਸਾਰ ਸਫਲ ਗੰਗਾ ਗੁਰ ਦਰਸ਼ਨ, ਪਰਸਨ ਪਰਮ ਪਵਿੱਤਰ ਗਤੇ। ਗੰਗਾ ਨਾਮੇ ਭੱਟ ਜੀ ਕਥਨ ਕਰਦੇ ਹਨ ਕਿ ਹੇ ਭਾਈ, ਸਤਿਗੁਰੂ ਜੀ ਦੇ ਦਰਸ਼ਨ ਕਰਕੇ ਸੰਸਾਰ 'ਚ ਆਉਣਾ ਸਫਲ ਹੋ ਜਾਂਦਾ ਹੈ। ਜੋ ਸਤਿਗੁਰੂ ਗਰੀਬ ਨਿਵਾਸ ਜੀ ਦੇ ਚਰਨ ਪਰਸ ਲੈਂਦਾ ਨਾ, ਸਪਰਸ਼ ਕਰ ਲੈਂਦਾ, ਉਹਦੀ ਪਵਿੱਤਰ ਗਤੀ ਹੋ ਜਾਂਦੀ ਹੈ। ਉਹ ਪਵਿੱਤਰ ਹੋ ਜਾਂਦਾ, ਉਹਨੂੰ ਮੁਕਤੀ ਪ੍ਰਾਪਤ ਹੋ ਜਾਂਦੀ ਹੈ। ਜੀਤੇ ਹੈ ਜਮ ਲੋਕ ਪਤਤ ਜੇ ਪ੍ਰਾਣੀ। ਪਾਪੀ ਜੋ ਪ੍ਰਾਣੀ ਹੈ ਨਾ, ਉਹ ਵੀ ਜਮ ਲੋਕ ਨੂੰ ਜਿੱਤ ਲੈਂਦੇ। ਭਾਵ ਪਰਲੋਕ ਦੇ ਵਿੱਚ ਉਹ ਸੁਖੀ ਵਸਦੇ ਹਨ। ਉਹਨਾਂ ਨੂੰ ਧਰਮਰਾਜ ਦੀ ਕਚਹਿਰੀ 'ਚ ਨਹੀਂ ਜਾਣਾ ਪੈਂਦਾ, ਜਮ ਦਾ ਲੇਖਾ ਨਹੀਂ ਦੇਣਾ ਪੈਂਦਾ। ਇਸ ਤਰ੍ਹਾਂ ਉਹ ਪਤਿਤ ਮੁਗਧ ਪਾਪੀ ਪ੍ਰਾਣੀ ਜੋ ਹਨ, ਜਮਲੋਕ ਨੂੰ ਜਿੱਤ ਲੈਂਦੇ ਹਨ। ਸੋ ਜੋ ਭਾਵ ਹੈ ਕਿ ਜਮਲੋਕ ਵਿੱਚ ਨਹੀਂ ਜਾਂਦੇ। ਹਰ ਜਨ ਸਿਵ ਗੁਰ ਗਿਆਨ ਰਤੇ। ਜੋ ਵਾਹਿਗੁਰੂ ਦੇ ਸਤਿਗੁਰੂ ਜੀ ਦੇ ਗਿਆਨ ਵਿੱਚ ਰਤੇ ਆ, ਉਹ ਸ਼ਿਵ ਕਲਿਆਣਕਾਰੀ ਸਤਿਗੁਰੂ ਜੀ ਦੇ ਜੋ ਗਿਆਨ ਵਿੱਚ ਤਦਾਕਾਰ ਹੁੰਦੇ ਆ ਨਾ, ਉਹ ਹਰੀਜਨ ਬਣ ਕੇ ਅਥਵਾ ਉਹ ਹਰੀਜਨ ਸੋ ਪਤਿਤ ਪ੍ਰਾਣੀ ਪਤਿਤ ਪਾਪੀ ਪ੍ਰਾਣੀਆਂ ਨੂੰ ਵੀ ਤਾਰ ਦਿੰਦੇ ਹਨ ਔਰ ਜਿੱਤ ਲੈਂਦੇ ਆ ਉਹਨਾਂ ਦੀ ਸ਼ਰਨ ਵਿੱਚ ਪੈ ਕਰਕੇ ਜਮਲੋਕ ਨੂੰ। ਪਾਪੀ ਪ੍ਰਾਣੀ ਵੀ ਰਗਵੰਸ ਤਿਲਕ ਸੁੰਦਰ ਦਸਰਥ ਘਰ। ਸੋ ਛੁੱਟਾ ਤਾਕੈ ਬੋਲ ਸਾਹਿਬ ਨਦਰ ਜਿਸ, ਗੁਨਹ ਉਸਕੇ ਸਗਲ ਆਪੂ ਤੇਰੇ ਜਨ ਦੇਖੇ ਦੀਦਾਰ। ਜਿਸ ਤੇ ਪਰਮੇਸ਼ਰ ਦੀ ਮਿਹਰ ਦੀ ਨਜ਼ਰ ਹੋਵੇ ਨਾ, ਉਹਦੇ ਇੱਕ ਬੋਲ ਦੇ ਨਾਲ ਇਹ ਪਾਪੀ ਪ੍ਰਾਣੀ ਜਮਾਂ ਦੇ ਫਾਹੀ ਤੋਂ ਛੁੱਟ ਜਾਂਦੇ ਆ। ਇਹੋ ਜਿਹੀ ਵਾਹਿਗੁਰੂ ਦੀ ਬਖਸ਼ਿਸ਼ ਹੈ। ਸਤਿਗੁਰੂ ਗਰੀਬ ਨਿਵਾਸ ਜੀ ਦੀ ਕਿਰਪਾ ਜਿਹਦੇ ਉੱਪਰ ਹੋਵੇ, ਉਹਦੇ ਮੁਕਤ ਹੋਣ ਵਿੱਚ ਕੀ ਸ਼ੰਕਾ ਹੈ। ਉਹ ਇੱਕ ਬਚਨ ਕਰਕੇ ਤੇ ਜਮਾਂ ਦੀ ਫਾਹੀ ਤੋਂ ਜੀਵ ਨੂੰ ਛੁਟਾਉਣ ਨੂੰ ਸਮਰੱਥ ਹੁੰਦੇ ਆ। ਭਗਤ ਜੱਲਣ ਜੀ ਨੇ ਗੁਰੂ ਕੇ ਪਿਆਰਿਓ ਇਹ ਸਾਖੀ ਆਉਂਦੀ ਆ ਕਿ ਮਜ਼ਦੂਰੀ ਕਰਿਆ ਕਰਦੇ ਸੀ। ਗਰੀਬੀ ਵਿੱਚ ਨਿਮਰਤਾ 'ਚ ਰਹਿਣਾ ਤੇ ਜਿਸ ਵੇਲੇ ਮਜ਼ਦੂਰੀ ਦਾ ਸ਼ਾਮ ਨੂੰ ਸਮਾਂ ਹੋਣਾ ਤੇ ਜਿਹੜਾ ਸੋ ਮਜ਼ਦੂਰੀ ਦੇਣ ਵਾਲਾ ਸੀ, ਉਹ ਮੁਨਸ਼ੀ ਨੇ ਸਾਰਿਆਂ ਨੂੰ ਲਾਈਨ ਵਿੱਚ ਲਾ ਲੈਣਾ ਤੇ ਸਾਰਿਆਂ ਕਾਹਲੇ ਹੋਣਾ ਕਿ ਮੈਨੂੰ ਪਹਿਲਾਂ ਮਿਲੇ ਤੇ ਮੈਂ ਜਾਵਾਂ। ਪਰ ਭਗਤ ਜੀ ਨੇ ਉੱਥੇ ਖੜੇ ਰਹਿਣਾ। ਅਖੀਰ ਤੇ ਉਹਨੇ ਮੁਨਸ਼ੀ ਨੇ ਆਵਾਜ਼ ਮਾਰ ਕੇ ਕਿ ਆਓ ਭਗਤ ਜੀ, ਆਓ ਮਹਾਂਪੁਰਖੋ ਤੁਸੀਂ ਵੀ ਲੈ ਲਓ। ਇਸ ਤਰ੍ਹਾਂ ਆਓ ਭਗਤ ਜੀ, ਆਓ ਮਹਾਂਪੁਰਖੋ, ਇਹ ਪ੍ਰੇਮ ਦੇ ਸ਼ਬਦ ਬੋਲਣ ਨਾਲ ਹੀ ਭਗਤ ਜੀ ਨੇ ਜਾਣਿਆ ਕਿ ਇਹਦੀ ਉਮਰ ਹੁਣ ਥੋੜ੍ਹੀ ਰਹਿ ਗਈ ਹੈ, ਇਹਦਾ ਭਲਾ ਕਰਨਾ ਚਾਹੀਏ, ਇਹਨੇ ਪਰਸੋਂ ਨੂੰ ਚੜ੍ਹਾਈ ਕਰ ਜਾਣਾ। ਆਪਣੀ ਘਰ ਵਾਲੀ ਜੋ ਰਾਮਕੀ ਸੀ, ਉਹ ਗੁਰੂ ਕੇ ਪਿਆਰਿਓ ਉਹਦਾ ਵੀ ਅੰਤਮ ਸਮਾਂ ਆ ਗਿਆ। ਉਹਨੂੰ ਕਹਿਣ ਲੱਗੇ ਕਿ ਇੱਦਾਂ ਕਰੀ, ਜਾਂਦੀ ਹੋਈ ਨਾ ਧਰਮ ਰਾਜੇ ਦੇ ਕੋਲੋਂ ਇੱਧਰ ਦੀ ਲੰਘ ਜਾਣਾ ਔਰ ਕਹਿਣਾ ਕਿ ਇੱਕ ਸ਼ਾਹੂਕਾਰ ਜਿਹੜਾ ਨਾ, ਇਹ ਭਗਤ ਜੀ ਨੂੰ ਸਤਿਕਾਰ ਕਰਦਾ ਸੀ, ਜੀ ਕਹਿ ਕੇ ਬੁਲਾਉਂਦਾ ਸੀ, ਇਹਦਾ ਲੇਖਾ ਹਿਸਾਬ ਨਾ ਕਰੀ। ਗੁਰੂ ਪ੍ਰੇਮੀਓ, ਜਿਸ ਵੇਲੇ
ਉਹ ਸ਼ਾਹੂਕਾਰ, ਉਹ ਮੁਨੀਮ, ਉਹ ਪਹੁੰਚਾ ਹੈ ਧਰਮਰਾਜੇ ਦੀ ਕਚਹਿਰੀ 'ਚ। ਉਹਦਾ ਹਿਸਾਬ ਕਿਤਾਬ ਹੋਣ ਲੱਗਾ। ਇੱਧਰ ਰਾਮ ਕੀ ਜੋ ਭਗਤ ਜੀ ਦੇ ਘਰੋਂ ਮਾਤਾ ਸੀ ਉਹ ਚਲੀ ਗਈ। ਉਹਨੇ ਦੱਸਿਆ ਕਿ ਭਗਤ ਜੀ ਦਾ ਸੁਣਾ ਹੈ ਤੁਹਾਡੇ ਵਾਸਤੇ ਕਿ ਇਸ ਤਰ੍ਹਾਂ ਇਹ ਜਿਹੜਾ ਸ਼ਾਹੂਕਾਰ ਹੈ, ਇਹ ਮੁਨੀਮ, ਇਹ ਭਗਤ ਜੀ ਨੂੰ ਸਤਿਕਾਰ ਨਾਲ ਜੀ ਕਹਿ ਕੇ ਬੁਲਾਉਂਦਾ ਸੀ, ਇਹਦਾ ਲੇਖਾ ਹਿਸਾਬ ਨਾ ਕਰੀ। ਗੁਰੂ ਕੇ ਪਿਆਰਿਓ, ਜੇ ਕੋ ਜੀਓ ਕਹੈ ਉਹਨਾਂ ਕੋ ਜਨਮ ਕੀ ਤਲਬ ਨਾ ਹੋਈ। ਇਸ ਤਰ੍ਹਾਂ ਉਹ ਭਗਤ ਜੀ ਦੀ ਵਿੱਚ ਸਿਫਾਰਿਸ਼ ਨਾਲ, ਭਗਤ ਜੀ ਦੀ ਸ਼ਰਨ ਪੈਣ ਨਾਲ ਉਹ ਵੀ ਤਰ ਗਿਆ। ਜੀ ਕਹਿਣ ਨਾਲ ਜੋ ਭਾਇਆ ਭਗਤ ਜੀ ਨੂੰ, ਤੇ ਇਹਦੇ ਨਾਲ ਹੀ ਉਹਦਾ ਭਲਾ ਹੋ ਗਿਆ। ਜੀਤੇ ਜਮ ਲੋਕ ਪਤਿਤ ਜੇ ਪ੍ਰਾਣੀ, ਪਤਿਤ ਪ੍ਰਾਣੀ ਵੀ ਜਮਲੋਕ ਨੂੰ ਜਿੱਤ ਜਾਂਦੇ ਹਨ। ਜੋ ਹਰ ਜਨ ਸ਼ਿਵ ਗੁਰ ਗਿਆਨ ਰਤੇ, ਜੋ ਹਰੀ ਦੇ ਜਨ ਕਲਿਆਣਕਾਰੀ ਸਰੂਪ ਪਰਮੇਸ਼ਰ ਦੇ ਵਿੱਚ ਗੁਰੂ ਦੇ ਗਿਆਨ ਨਾਲ ਜੋ ਤਦਾਕਾਰ ਹੋਏ ਆ ਨਾ, ਉਹਨਾਂ ਦੀ ਸ਼ਰਨ ਵਿੱਚ ਜਿਹੜੇ ਪੈ ਜਾਂਦੇ, ਉਹਨਾਂ ਨੂੰ ਜੀ ਕਹਿ ਕੇ ਬੁਲਾਉਣ ਨਾਲ ਵੀ ਭਲਾ ਹੁੰਦਾ ਹੈ। ਰਘੁਵੰਸ਼ ਤਿਲਕ ਸੁੰਦਰ ਦਸ਼ਰਥ ਘਰ, ਹਾਂਜੀ। ਮਨ ਬੰਛੈ ਜਾ ਕੀ ਸਰਣੰ। ਰਾਗਵਾਂ ਦੀ ਕੁੱਲ ਦੇ ਤਿਲਕ ਜੋ ਸ਼੍ਰੋਮਣੀ ਰਾਮਚੰਦਰ ਜੀ ਆ, ਦਸ਼ਰਥ ਰਾਜੇ ਦੇ ਘਰ ਜਿਨ੍ਹਾਂ ਦਾ ਜਨਮ ਹੋਇਆ ਸੀ, ਸਾਰੇ ਮੁਨੀ ਜਨ ਤ੍ਰੇਤੇ ਦਾ ਅਵਤਾਰ ਜਾਣ ਕੇ ਉਹਨਾਂ ਦੀ ਸ਼ਰਨ ਬੰਛਦੇ ਸਨ, ਚਾਹੁੰਦੇ ਸਨ ਔਰ ਸ਼ਰਨ ਹੀ ਪੈਂਦੇ ਸਨ। ਸਤਿਗੁਰ ਗੁਰ ਸੇਵ ਅਲਖ ਗਤ ਜਾ ਕੀ, ਸ੍ਰੀ ਰਾਮਦਾਸ ਤਾਰਨ ਤਰਣੰ। ਇਸੇ ਪ੍ਰਕਾਰ ਉਸੇ ਹੀ ਸੂਰਜਵੰਸ਼ੀ ਰਾਗਵਾਂ ਦੀ ਕੁੱਲ ਦੇ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ, ਧੰਨ ਬਾਬਾ ਹਰਦਾਸ ਜੀ ਦੇ ਸਪੁੱਤਰ ਹਨ, ਜਿਨ੍ਹਾਂ ਦੀ ਸ਼ਰਨ ਹਰ ਕੋਈ ਚਾਹੁੰਦਾ ਹੈ। ਇਹ ਪਿਆਰਿਓ, ਸਤਿਗੁਰੂ ਰਾਮਦਾਸ ਮਹਾਰਾਜ ਜੀ ਨੂੰ ਸੇਵਨਾ ਕਰੋ, ਜਿਨ੍ਹਾਂ ਦੀ ਅਲਖ ਗਤੀ ਹੈ। ਸੋ ਸ੍ਰੀ ਰਾਮਦਾਸ ਤਾਰਨ ਤਰਣ, ਜੋ ਧੰਨ ਗੁਰੂ ਰਾਮਦਾਸ ਮਹਾਰਾਜ ਸੰਸਾਰ ਸਮੁੰਦਰ ਤੋਂ ਤਾਰਨ ਵਾਸਤੇ ਜਹਾਜ਼ ਦੀ ਨਿਆਈ ਹਨ। ਸੰਸਾਰ ਅਗਮ ਸਾਗਰ ਤੁਲਹਾ, ਹਰ ਨਾਮ ਗੁਰੂ ਮੁਖ ਪਾਇਆ। ਸੰਸਾਰ ਅਗਮ ਸਾਗਰ ਤੁਲਹਾ, ਇਹ ਚਾਲ ਦੇ ਨਾਲ ਇੱਥੇ ਅਰਥ ਹੈ, ਵਿਸ਼ਰਾਮ ਹੈ, ਪਰ ਅਰਥ ਅਨੁਸਾਰ ਵਿਸ਼ਰਾਮ ਲਾਈਏ ਤਾਂ ਇਹ ਬਣੇਗਾ ਸੰਸਾਰ ਅਗਮ ਸਾਗਰ ਤੁਲਹਾ, ਹਰ ਨਾਮ ਗੁਰੂ ਮੁਖ ਪਾਇਆ। ਸੰਸਾਰ ਜੋ ਅਗਮ ਸਾਗਰ ਹੈ, ਬੜਾ ਡੂੰਘਾ ਗੰਭੀਰ, ਸੋ ਇਹ ਜਿਹੜਾ ਸਮੁੰਦਰ ਹੈ ਜਿਹਦੇ ਵਿੱਚ ਪਦਾਰਥਾਂ ਦਾ ਪਾਣੀ ਹੈ, ਇਹਨੂੰ ਤਾਰਨ ਵਾਸਤੇ ਤੁਲਹਾ ਹਰ ਨਾਮ। ਜਿਵੇਂ ਕਿਸੇ ਦਰਿਆ ਨੂੰ, ਕਿਸੇ ਨਾਲੇ ਨੂੰ ਪਾਰ ਕਰਨਾ ਹੋਵੇ ਤਾਂ ਛੋਟਾ ਤੁਲਹਾ ਚਾਹੀਦਾ, ਬੇੜਾ, ਛੋਟੀ ਬੇੜੀ, ਉਹਨੂੰ ਤੁਲਹਾ ਕਹਿ ਦਿੰਦੇ ਆ। ਸਮੁੰਦਰ ਨੂੰ ਤਰਨਾ ਹੋਵੇ, ਪਾਰ ਲੰਘਣਾ ਹੋਵੇ ਤਾਂ ਵੱਡੇ ਜਹਾਜ਼ ਦੀ ਲੋੜ ਹੁੰਦੀ ਹੈ। ਇਸ ਤਰ੍ਹਾਂ ਸੰਸਾਰ ਸਮੁੰਦਰ ਨੂੰ ਤਰਨ ਵਾਸਤੇ ਤੇ ਰਾਗ ਦੁਆਇਖ ਦੇ ਇਹ ਨਾਲਿਆਂ ਨੂੰ, ਨਦੀਆਂ ਨੂੰ ਤਰਨ ਵਾਸਤੇ ਧੰਨ ਗੁਰੂ ਸੱਚੇ ਪਾਤਸ਼ਾਹ ਜੀ ਨੇ ਹਰੀ ਦੇ ਨਾਮ ਰੂਪੀ ਇਹ ਤੁਲਹਾ, ਇਹ ਬੇੜਾ ਬਖਸ਼ਿਸ਼ ਕੀਤਾ, ਇਹ ਜਹਾਜ਼ ਬਖਸ਼ਿਸ਼ ਕੀਤਾ ਹੈ। ਗੁਰੂ ਮੁਖ ਪਾਇਆ। ਸਤਿਗੁਰੂ ਗਰੀਬ ਨਿਵਾਸ ਜੀ ਨੇ ਇਹ ਮੁਖ ਦੇ ਵਿੱਚ ਪਵਣਾ ਕੀਤਾ ਹੈ ਜੀਵ ਦੇ, ਵਾਹਿਗੁਰੂ ਦਾ ਨਾਮ। ਜਗ ਜਨਮ ਮਰਨ ਭੱਗਾ, ਇਹ ਆਈ ਹੀ ਹੈ ਪ੍ਰਤੀਤ। ਗੁਰੂ ਕੇ ਪਿਆਰਿਓ, ਜਿਨ੍ਹਾਂ ਜੀਵਾਂ ਦੇ ਹਿਰਦੇ ਵਿੱਚ ਪ੍ਰਤੀਤ ਇਹ ਭਰੋਸਾ ਆ ਗਿਆ ਨਾ ਕਿ ਸਤਿਗੁਰੂ ਗਰੀਬ ਨਿਵਾਸ ਜੀ ਪਾਰਬ੍ਰਹਮ ਪਰਮੇਸ਼ਰ ਰੂਪ ਹਨ, ਉਹਨਾਂ ਦਾ ਸੰਸਾਰ ਵਿੱਚ ਜੰਮਣਾ ਮਰਨਾ ਭੱਜ ਗਿਆ।
ਜਨਮ ਧਾਰ ਕੇ ਆਉਣਾ ਤੇ ਮਰ ਕੇ ਜਾਣਾ, ਇਹ ਨਾਸ਼ ਹੋ ਗਿਆ। ਪ੍ਰਤੀਤ ਹੀਐ ਆਈ ਜਿਨ ਜਨ ਕੈ ਤਿਨ ਕਉ ਪਦਵੀ ਉੱਚ ਭਈ। ਜਿਨ੍ਹਾਂ ਜਨਾਂ ਦੇ ਹਿਰਦੇ ਵਿੱਚ ਇਹ ਪ੍ਰਤੀਤ ਆਈ, ਭਰੋਸਾ ਆਇਆ, ਉਹਨਾਂ ਨੂੰ ਦੀ ਉੱਚੀ ਪਦਵੀ ਹੋ ਗਈ। ਉਹ ਸਾਰਿਆਂ ਨੂੰ ਉੱਚੇ ਹੋ ਗਏ। ਉਹ ਸਭ ਤੇ ਉੱਚਾ, ਸਭ ਤੇ ਸੁੱਚਾ ਜਾ ਕੇ ਹਿਰਦੇ ਵਸਿਆ ਭਗਵਾਨ। ਜਿਸ ਦੇ ਹਿਰਦੇ ਵਿੱਚ ਭਗਵਾਨ ਪਰਮੇਸ਼ਰ ਵਾਹਿਗੁਰੂ ਵਸ ਗਿਆ, ਉਹ ਸਾਰੇ ਜਿੰਨੇ ਵੀ ਉੱਚਿਆਂ ਤੋਂ ਉੱਚੇ ਕਹਾਉਣ ਵਾਲੇ ਨੇ, 4 ਵਰਨਾਂ ਚੋਂ, 4 ਮਜ਼ਹਬਾਂ ਚੋਂ, 4 ਅਸ਼ਰਮਾਂ ਚੋਂ ਉਹ ਉੱਚਾ ਹੋ ਗਿਆ। ਉੱਚੇ ਹਨ ਮਨੁੱਖਾਂ ਨੂੰ ਦੇਵਤੇ ਮੰਨੇ, ਦੇਵਤਿਆਂ ਚੋਂ ਇੰਦਰ ਰਾਜਾ, ਇੰਦਰ ਆਦਿਕਾਂ ਤੋਂ ਬ੍ਰਹਮਾ, ਵਿਸ਼ਨੂੰ, ਸ਼ਿਵ ਜੀ। ਸੋ ਇਸ ਪ੍ਰਕਾਰ ਸਾਰੇ ਦੇਵਤਿਆਂ ਤੋਂ ਉੱਚੇ ਹੋ ਗਏ ਉਹ ਗੁਰੂ ਕੇ ਪਿਆਰੇ। ਤਜ ਮਾਇਆ ਮੋਹ ਲੋਭ ਔਰ ਲਾਲਚ ਕਾਮ ਕ੍ਰੋਧ ਕੀ ਬ੍ਰਿਥਾ ਗਈ। ਛੱਡ ਕਰਕੇ ਮਾਇਆ ਦਾ ਮੋਹ, ਲੋਭ। ਸੋ ਲੋਭ ਇਹ ਹੈ ਪਦਾਰਥਾਂ ਨੂੰ ਜੋੜਨ ਦਾ, ਲਾਲਚ ਖਾਣ ਦਾ, ਕਾਮ ਕ੍ਰੋਧ ਜਿਹੜੇ ਆ ਇਹਨਾਂ ਦੀ ਜੋ ਪੀੜਾ ਸੀ ਨਾ, ਜਦੋਂ ਕਾਮ ਆਉਂਦਾ, ਕ੍ਰੋਧ ਆਉਂਦਾ, ਸਰੀਰ ਨੂੰ ਕਿੰਨਾ ਤਪਾਉਂਦਾ। ਕਾਮ ਆਉਂਦਾ ਕਿੰਨਾ ਦੁਖੀ ਕਰਦਾ। ਜੋ ਕ੍ਰੋਧ ਆਉਂਦਾ, ਬੰਦਾ ਨਹੀਂ ਰਹਿੰਦਾ, ਬਾਂਦਰ ਵਾਂਗੂ ਤੜਫਦਾ। ਸੋ ਸਿਆਣਿਆਂ ਦਾ ਕਥਨ ਹੈ, ਸੋ ਕਵੀ ਜੀ ਨੇ ਲਿਖਿਆ ਹੈ ਕਿ ਲੋਭ ਜਿਹੜਾ ਕ੍ਰੋਧ ਆਇਆ, ਕਹਿੰਦਾ ਅੰਧ ਕਰੋ ਦਿਗਵੰਤਨ ਕੋ ਸੁਰਤਵੰਤਨ ਕੋ ਬਦਰੋ ਕਰ ਡਾਰੋ। ਅੰਨਾ ਕਰ ਦੇਵਾਂਗਾ, ਕਰ ਦਿੰਦਾ ਹਾਂ ਮੈਂ ਅੱਖਾਂ ਦੇ ਹੁੰਦਿਆਂ, ਔਰ ਜਿਹੜੇ ਕੰਨਾਂ ਦੇ ਹੁੰਦਿਆਂ ਉਹਨੂੰ ਬੋਲਾ ਕਰ ਦਿੰਦਾ, ਜਿਹਦੇ 'ਤੇ ਮੈਂ ਪ੍ਰਭਾਵ ਪਾਉਣਾ। ਕ੍ਰੋਧੀ ਬੰਦੇ ਨੂੰ ਜੋ ਕਹੇ, ਜੇ ਕੋਈ ਕਹੇ ਨਾ ਭਾਈ ਵੇਖ ਤਾਂ ਸਹੀ, ਕਹਿੰਦਾ ਪਰਾਂ ਹੋ ਜਾਓ ਮੈਨੂੰ ਨਹੀਂ ਕੁਝ ਦਿਖਦਾ। ਜੇ ਕੋਈ ਕਹੇ ਗੱਲ ਤਾਂ ਸੁਣ, ਕਹਿੰਦਾ ਪਰਾਂ ਹੋ ਜਾਓ ਮੈਨੂੰ ਨਹੀਂ ਕੁਝ ਸੁਣਦਾ। ਸੋ ਇਸ ਪ੍ਰਕਾਰ ਇਹ ਜੋ ਪੀੜਾ ਸਹਾਰਨੀ ਸੀ ਨਾ, ਕਾਮ ਕ੍ਰੋਧ ਆਦਿ ਕਰਕੇ, ਕੋਈ ਸ਼ਰਮਿੰਦਗੀ ਸਹਾਰਨੀ ਸੀ, ਕੋਈ ਸੋ ਪੀੜਾ ਸਹਾਰਨੀ ਸੀ, ਇਹ ਸਾਰੀ ਬ੍ਰਿਥਾ ਨਾਮ ਪੀੜਾ ਦਾ ਚਲੀ ਗਈ। ਸਤਿਗੁਰੂ ਜੀ ਦੀ ਸ਼ਰਨ ਪੈਣ ਕਰਕੇ ਅਵਲੋਕਿਆ ਬ੍ਰਹਮ ਭਰਮ ਸਭ ਛੁਟਕਿਆ ਦਿਬੈ ਦ੍ਰਿਸ਼ਟ ਕਾਰਨ ਕਰਣੰ। ਦਿਬ। ਸੋ ਇਸ ਤਰ੍ਹਾਂ ਅਵਲੋਕਿਆ ਬ੍ਰਹਮ, ਉਹਨਾਂ ਨੇ ਸਾਰੇ ਥਾਂ ਤੇ ਬ੍ਰਹਮ ਵੇਖ ਲਿਆ। ਜਿੱਧਰ ਵੇਂਦੇ ਆ ਪਰਮੇਸ਼ਰ ਨੂੰ ਤੱਕਦੇ ਆ ਕਿ ਸਾਰੇ ਕਾਰਣਾਂ ਨੂੰ ਕਰਨ ਵਾਲਾ ਆਪ ਹੀ ਸਾਰੀ ਥਾਂ ਦ੍ਰਿਸ਼ਟੀ ਆਉਂਦਾ। ਜਿਵੇਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨ ਸਪਰਸ਼ ਕੀਤੇ ਸੀ ਦਾਸੀ ਨੇ, ਅਤੇ ਸਤਿਗੁਰੂ ਜੀ ਦੀ ਉਹਦੀ ਦਿਵ ਦ੍ਰਿਸ਼ਟੀ ਹੋ ਗਈ ਸੀ। ਉਹ ਦਿਵ ਦ੍ਰਿਸ਼ਟੀ ਖੁੱਲ੍ਹ ਗਈ ਸੀ, ਉਹਨੂੰ ਦਿਸ ਪਿਆ ਸਤਿਗੁਰੂ ਗਰੀਬ ਨਿਵਾਜ ਦੂਜਾ ਸਰੂਪ ਧਾਰਨ ਕਰਕੇ, ਅਤੇ ਸੋ ਆਪਣੇ ਸੇਵਕ ਦਾ ਬੇੜਾ ਸਮੁੰਦਰ 'ਚੋਂ ਪਾਰ ਲਾ ਰਹੇ ਆ। ਸਾਰਿਆਂ ਵਿੱਚ ਕਾਪ ਹੀ ਪਰਮੇਸ਼ਰ ਹੈ, ਤਾਣੇ ਪੇਟੇ ਦੀ ਨਿਆਈ। ਇਸ ਤਰ੍ਹਾਂ ਉਹਨਾਂ ਨੂੰ ਦੇਸਮਦਾ, ਉਹਨਾਂ ਦੀ ਜਿਹੜੀ ਆ ਨਾ, ਆਪ ਕਥੇ ਆਪ ਸੁਣਨਾ, ਹਾਰ ਆਪੇ ਏਕ ਆਪ ਵਿਸਥਾਰ, ਜਾਤ ਸੁਭਾਵਿ ਸ੍ਰਿਸ਼ਟ ਉਪਾਏ, ਆਪਣੇ ਲਏ ਸਮਾਏ। ਇਹ ਉਹਨਾਂ ਦੀ ਦਿਵ ਦ੍ਰਿਸ਼ਟੀ ਖੁੱਲ੍ਹ ਜਾਂਦੀ ਹੈ। ਸਤ ਗੁਰ ਗੁਰ ਸੇਵ ਅਲਖ ਗਤ ਜਾ ਕੀ ਸ੍ਰੀ ਰਾਮਦਾਸ ਤਾਰਨ ਤਰਣੰ। ਔਰ ਭਰਮ ਸਭ ਛੁਟਕਿਆ। ਜੋ ਭਰਮ ਸੀ ਨਾ 5 ਪ੍ਰਕਾਰ ਦਾ, ਭੇਦ ਭਰਮ, ਕਰਤਾਤ ਭਰਮ, ਪੁੰਨ ਸੰਗ ਭਰਮ, ਵਿਕਾਰ, ਬ੍ਰਹਮ ਮਿੱਤਰ ਜਗ ਸਤ ਹੈ, ਪੰਚੋ ਭਰਮ ਸੰਸਾਰ, ਇਹ ਸਾਰਾ ਭਰਮ ਉਹਨਾਂ ਦਾ ਛੁੱਟ ਗਿਆ। ਉਹਨਾਂ ਵੇਖ ਲਿਆ ਉਸ ਜੋਤੀ ਸਰੂਪ ਨੂੰ। ਜ਼ਮੀਨ ਜਮਾਨ ਕੇ ਵਿਖੈ ਸਮਸਤ ਏਕ ਜੋਤ ਹੈ, ਨ ਘਾਟ ਹੈ ਨ ਬਾਢ ਹੈ, ਨ ਘਾਟ ਬਾਢ ਹੋਤ ਹੈ। ਸਾਰੇ ਥਾਵਾਂ 'ਤੇ ਉਹਨੂੰ ਕਰਨ ਕਾਰਨ ਜੋਤੀ ਸਰੂਪ ਨੂੰ ਪ੍ਰਤੱਖ ਵੇਖ ਲੈਣਾ ਕੀਤਾ ਹੈ। ਇਸ ਤਰ੍ਹਾਂ ਜਾਣਿਆ ਕਿ ਉਸੇ ਜੋਤੀ ਸਰੂਪ ਪਰਮੇਸ਼ਰ ਦਾ ਧੰਨ ਗੁਰੂ ਨਾਨਕ ਦੇਵ ਜੀ ਦਾ ਰੂਪ ਹਨ ਗੁਰੂ ਰਾਮਦਾਸ ਮਹਾਰਾਜ। ਸਤਿਗੁਰ ਗੁਰ ਸੇਵ, ਪੂਜਨੀਕ ਜੋ ਸਤਿਗੁਰੂ ਜੀ ਹਨ, ਸੱਚੇ ਜੋ ਗੁਰੂ ਰਾਮਦਾਸ ਮਹਾਰਾਜ ਜੀ, ਉਹਨਾਂ ਦੀ ਭਾਈ ਸੇਵਾ ਕਰਨਾ ਕਰ।
ਜਿਨ੍ਹਾਂ ਦੀ ਅਚਰਜ ਇਹ ਅਲਖ ਜੋ ਗਤੀ ਹੈ ਨਾ, ਜੋ ਲਖਣ ਤੋਂ ਰਹਿਤ ਹੈ, ਅਸ਼ੁੱਧ ਬੁੱਧੀ ਨਾਲ ਜੋ ਜਾਣਿਆ ਨਹੀਂ ਜਾਂਦਾ। ਧੰਨ ਗੁਰੂ ਰਾਮਦਾਸ ਮਹਾਰਾਜ ਤਾਰਨ ਵਾਸਤੇ ਸੰਸਾਰ ਨੂੰ ਤਰਣ ਜਹਾਜ਼ ਦੀ ਨਿਆਈ ਹਨ। ਪ੍ਰਤਾਪ ਸਦਾ ਗੁਰ ਕਾ ਘਟ ਘਟ, ਪ੍ਰਗਾਸ ਭਇਆ ਜਸ ਜਨ ਕੈ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜੋ ਪ੍ਰਤਾਪ ਹੈ ਨਾ, ਵੇਖੋ ਗੁਰੂ ਕੇ ਪਿਆਰਿਓ, ਘਟਾਂ ਘਟਾਂ ਦੇ ਵਿੱਚ, ਸਾਰੇ ਹਿਰਦਿਆਂ ਦੇ ਵਿੱਚ ਜਸ ਰੂਪੀ ਜੋ ਇਹ ਚੰਦੋਵਾ ਪ੍ਰਤਾਪ ਹੈ, ਸਾਰਿਆਂ ਵਿੱਚ ਪ੍ਰਕਾਸ਼ ਹੋ ਰਿਹਾ ਹੈ, ਸਾਰਿਆਂ ਵਿੱਚ ਫੈਲ ਰਿਹਾ ਹੈ ਸਤਿਗੁਰੂ ਰਾਮਦਾਸ ਮਹਾਰਾਜ ਜੀ ਦਾ। ਇੱਕ ਪੜੈ ਸੁਣਹਿ ਗਾਵਹਿ, ਪ੍ਰਭਾਤਹਿ ਕਰ ਇਸਨਾਨ। ਇੱਕ ਉਹ ਗੁਰਮੁਖ ਹਨ ਜੋ ਪੜ੍ਹਦੇ ਆ ਸਤਿਗੁਰੂ ਰਾਮਦਾਸ ਮਹਾਰਾਜ ਜੀ ਨੂੰ, ਸੁਣਦੇ ਆ ਗਰੀਬ ਨਿਵਾਜ ਜੀ ਦੀ ਅੰਮ੍ਰਿਤ ਬਾਣੀ, ਔਰ ਗਾਉਂਦੇ ਹਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਜਸ ਨੂੰ। ਪ੍ਰਭਾਤੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ, ਸਤਿਗੁਰੂ ਜੀ ਦਾ ਹੁਕਮ ਹੈ ਨਾ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਸਤਿਗੁਰੂ ਭਾਈ ਗੁਰਦਾਸ ਸਾਹਿਬ ਜੀ ਨੂੰ ਇਹ ਸਿੱਖਿਆ ਦਿੰਦਿਆਂ ਗੁਰਮਤਿ ਦ੍ਰਿੜਾਈ ਸੀ। ਸਾਡੇ ਸਾਰਿਆਂ ਦੇ ਪ੍ਰਥਾਏ ਸਤਿਗੁਰੂ ਜੀ ਦੀ ਸਿੱਖਿਆ ਹੈ। ਮਹਾਰਾਜ ਜੀ ਨੇ ਬਚਨ ਕੀਤੇ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠ ਹਰਿ ਨਾਮ ਧਿਆਵੈ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੈ। ਇਹ ਸਤਿਗੁਰੂ ਜੀ ਦੇ ਬਚਨ ਮੰਨਦਿਆਂ ਹੋਇਆਂ ਪ੍ਰਭਾਤੇ ਕਰੇ ਇਸ਼ਨਾਨ, ਅੰਮ੍ਰਿਤ ਵੇਲੇ ਉੱਠ ਕੇ ਗੁਰੂ ਕੇ ਸਿੱਖ ਆਲਸ ਨੂੰ ਤਿਆਗ ਕੇ, ਕਿਉਂਕਿ ਅੰਮ੍ਰਿਤ ਵੇਲੇ ਉੱਠਣਾ ਇਹ ਬੜਾ ਚੜ੍ਹਦੀ ਕਲਾ ਦੇ ਨਾਲ ਹੀ, ਸਤਿਗੁਰੂ ਜੀ ਦੀ ਕਿਰਪਾ ਨਾਲ ਹੀ ਵੱਡਿਆਂ ਭਾਗਾਂ ਵਾਲਿਆਂ ਨੂੰ ਨਸੀਬ ਹੁੰਦਾ। ਕਿਉਂਕਿ ਅੰਮ੍ਰਿਤ ਵੇਲੇ ਜ਼ਿਆਦਾ ਨੀਂਦ ਆਉਂਦੀ ਹੈ। ਸਗੋਂ ਜੇ ਕਿਸੇ ਨੂੰ ਉਠਾਓ, ਕਹਿੰਦੇ 2 ਮਿੰਟ ਲੱਤਾਂ ਸਿੱਧੀਆਂ ਕਰ ਲੈਣ ਦਿਓ। ਸਾਰੀ ਰਾਤ ਮੱਛਰ ਲੜਦਿਆਂ ਲੰਘ ਗਈ ਆ, ਹੁਣ ਹੀ ਨੀਂਦ ਆਉਣ ਲੱਗੀ ਆ। ਅੰਮ੍ਰਿਤ ਵੇਲੇ ਨੀਂਦ ਬਹੁਤ ਹੀ ਆਉਂਦੀ ਆ। ਫਿਰ ਕਈਆਂ ਇਹੋ ਜਿਹੇ ਮੱਤ ਵੀ ਆ, ਉਹਨਾਂ ਨੇ ਪ੍ਰਚਾਰ ਸ਼ੁਰੂ ਕੀਤਾ ਕਿ ਨਹਾਉਣ ਦੀ ਕੋਈ ਲੋੜ ਨਹੀਂ, ਨਾਮ ਨਾਲ ਹੀ ਮੁਕਤੀ ਹੋਣੀ ਆ। ਐਸੇ ਉੱਠਦਿਆਂ ਸਾਰੀ ਮੂੰਹ ਵਲੇਟ, ਜੋ ਖੇਸ 'ਚ ਵਲੇਟ ਲਓ, ਜੇ ਸਿਆਲ ਹੈ ਰਜਾਈ 'ਚ ਮੂੰਹ ਨੂੰ ਲੁਕਾ ਲਓ ਅਤੇ ਨਾਮ ਜਪ ਲਓ। ਨਾਮ ਵੀ ਆਪੋ ਆਪਣੇ ਹਿਸਾਬ ਨਾਲ ਦੇਈ ਜਾਂਦੇ ਆ, ਰਹੋ ਵਿਚਾਰ। ਪਰ ਸਤਿਗੁਰੂ ਗਰੀਬ ਨਿਵਾਜ ਜੀ ਦੀ ਸਿੱਖਿਆ ਹੈ, ਪਹਿਲਾਂ ਉੱਠ ਕਰਕੇ ਅੰਮ੍ਰਿਤ ਵੇਲੇ। ਇਹ ਗੁਰ ਇਤਿਹਾਸ ਵਿੱਚ ਵੀ ਸਾਰੇ ਸਤਿਗੁਰੂ ਜੀ ਦੀ ਨਿਤ ਕਿਰਿਆ ਵਿੱਚ ਆਉਂਦੀ ਹੈ ਕਿ ਸਤਿਗੁਰੂ ਜੀ ਅੰਮ੍ਰਿਤ ਵੇਲੇ ਉੱਠਦੇ, ਉੱਠ ਕਰਕੇ ਇਸ਼ਨਾਨ ਕਰਦੇ। ਇਸ਼ਨਾਨ ਕਰਕੇ ਸੋ ਪਹਿਲਾਂ ਗੁਰੂ ਕੇ ਪਿਆਰਿਓ ਸ਼ੌਚ ਕਿਰਿਆ ਕਰਦੇ, ਫਿਰ ਚੰਗੀ ਤਰ੍ਹਾਂ ਹੱਥ ਧੋ ਕੇ ਮਾਂਜ ਕੇ ਮਿੱਟੀ ਆਦਿਕ ਨਾਲ ਜਲ ਦੇ ਨਾਲ ਸਾਫ਼ ਕਰਕੇ ਅਤੇ ਫਿਰ ਦਾਤਣ ਕਰਿਆ ਕਰਦੇ। ਦਾਤਣ ਕਰਨ ਤੋਂ ਉਪਰੰਤ ਚੁਲਾ ਕਰਕੇ ਫਿਰ ਇਸ਼ਨਾਨ ਕਰਨਾ। ਇਸ਼ਨਾਨ ਕਰਨ ਤੋਂ ਬਾਅਦ ਸੁੱਚ ਪਵਿੱਤਰ ਵਸਤਰ ਪਾ ਕਰਕੇ, ਸ਼ੁੱਧ ਵਸਤਰ ਪਹਿਨ ਕਰਕੇ ਫਿਰ ਨਾਮ ਵਿੱਚ ਬਿਰਤੀ ਲਾਉਂਦੇ, ਬਾਣੀ ਪੜ੍ਹਦੇ। ਇਸੇ ਤਰ੍ਹਾਂ ਸਤਿਗੁਰੂ ਜੀ ਨੇ ਗੁਰਸਿੱਖਾਂ ਨੂੰ ਹੁਕਮ ਕੀਤਾ। ਔਰ ਗੁਰੂ ਕੇ ਸਿੱਖ ਸਤਿਗੁਰੂ ਜੀ ਦਾ ਹੁਕਮ ਮੰਨਦਿਆਂ ਭੱਟ ਗੰਗਾ ਜੀ ਦੱਸ ਰਹੇ ਆ, ਇੱਕ ਪੜ੍ਹੇ ਸੁਣਹਿ ਗਾਵਹਿ, ਪ੍ਰਭਾਤੇ ਕਰਹਿ ਇਸ਼ਨਾਨ। ਗੁਰੂ ਕੇ ਸਿੱਖ ਇਹੋ ਜਿਹੇ ਆ ਜਿਹੜੇ ਪੜ੍ਹਦੇ ਹਨ, ਸੁਣਦੇ ਆ, ਅੰਮ੍ਰਿਤ ਵੇਲੇ ਇਸ਼ਨਾਨ ਕਰਦੇ ਹਨ। ਇਸ਼ਨਾਨ ਕਰਹਿ ਪ੍ਰਭਾਤ ਸੁਧ ਮਨ, ਗੁਰ ਪੂਜਾ ਬਿਦ ਸਹਿਤ ਕਰੰ। ਇਸ਼ਨਾਨ ਕਰਦੇ ਆ ਪ੍ਰਭਾਤੇ ਅੰਮ੍ਰਿਤ ਵੇਲੇ, ਔਰ ਸ਼ੁੱਧ ਮਨ ਕਰਕੇ। ਇਹ ਨਹੀਂ ਕਿ ਹੱਥ 'ਚ ਗੁਟਕਾ ਸਾਹਿਬ ਫੜਿਆ ਜਾਂ ਮੂੰਹ 'ਚ ਰਾਮ ਰਾਮ ਔਰ ਬਗਲ ਮੇਂ ਛੁਰੀ। ਮੁੱਖ ਤੋਂ ਤਾਂ ਪਰਮੇਸ਼ਰ ਦਾ ਨਾਮ ਲਈ ਜਾਣਾ ਅਤੇ ਹਿਰਦੇ 'ਚ ਕਿਸੇ ਪ੍ਰਤੀ ਈਰਖਾ ਰੱਖਣੀ ਨਹੀਂ। ਸਾਰਿਆਂ ਦੇ ਨਾਲ ਹੀ ਮੈਤਰੀ ਭਾਵ, ਕੋਈ ਸਾਡਾ ਦੁਸ਼ਮਣ ਨਹੀਂ। ਸਤਿਗੁਰੂ ਜੀ ਨੇ ਕਿਹਾ, ਨਾ ਕੋ ਮੇਰਾ ਦੁਸ਼ਮਣ ਰਹਿਆ, ਨਾ ਹਮ ਕਿਸਕੇ ਬੈਰਾਈ। ਬ੍ਰਹਮ ਪਸਾਰ ਪਸਾਰਿਓ ਭੀਤਰ, ਸਤਿਗੁਰ ਤੇ ਸੋਝੀ ਪਾਈ।
ਇਹ ਗੁਰੂ ਕੀ ਸਿੱਖਿਆ ਨੂੰ ਮੰਨ ਕੇ ਗੁਰੂ ਕੇ ਸਿੱਖ ਵੈਰ ਭਾਵ ਕਿਸੇ ਨਾਲ ਨਹੀਂ। ਪਰ ਇੱਕ ਗੱਲ ਦਾ ਖਿਆਲ ਰੱਖਣਾ ਕਿ ਸਤਿਗੁਰੂ ਜੀ ਦੇ ਨਾਲ ਗੁਰੂ ਕੇ ਸਿੱਖਾਂ ਦਾ ਇੰਨਾ ਪ੍ਰੇਮ ਹੈ ਕਿ ਗੁਰੂ ਕੀ ਹਰੇਕ ਆਗਿਆ ਮੰਨਦੇ ਆ, ਔਰ ਸਤਿਗੁਰੂ ਜੀ ਦੀ ਆਗਿਆ ਮੰਨਣੀ ਇਹ ਗੁਰੂ ਕਾ ਸਿੱਖ ਦਾ ਪਰਮ ਫਰਜ਼ ਹੈ। ਪਰ ਜੇ ਕੋਈ ਗੁਰੂ ਕੀ ਨਿਰਾਦਰੀ ਕਰੇ ਤੇ ਕੋਈ ਆਖੇ ਕਿ ਨਹੀਂ ਭਾਈ ਮੈਂ ਉਹਦੇ ਨਾਲ ਵੈਰ ਨਹੀਂ ਕਰਨਾ, ਮੈਂ ਇਹਨੂੰ ਕੁਝ ਨਹੀਂ ਕਰਨਾ, ਇਸ ਤਰ੍ਹਾਂ ਨਹੀਂ। ਗੁਰ ਕੀ ਨਿੰਦਾ ਸੁਣੇ ਨਾ ਕਾਨ, ਭੇਟ ਕਰੇ ਤੇ ਸੰਗ ਕਿਰਪਾਨ। ਇਹ ਰਹਿਤਨਾਮਿਆਂ ਦੇ ਬਚਨ ਕਿ ਗੁਰੂ ਕੀ ਤਾਂ ਨਿੰਦਿਆ ਵੀ ਨਹੀਂ ਸੁਣਨੀ। ਗੁਰੂ ਪ੍ਰੇਮੀਓ, ਇਹ ਗੁਰ ਇਤਿਹਾਸ ਵਿੱਚੋਂ ਵੀ ਸਾਖੀਆਂ ਮਿਲਦੀਆਂ, ਗਵਾਹੀਆਂ ਮਿਲਦੀਆਂ। ਮੀਰੀ ਪੀਰੀ ਦੇ ਮਾਲਕ ਸ਼ਾਂਤ ਸਰੂਪ ਹਨ ਤੇ ਬੀਰ ਰਸੀ ਸਤਿਗੁਰੂ ਜੀ। ਵੀਰ ਰਸ ਸਤਿਗੁਰੂ ਜੀ ਨੇ ਧਾਰਨ ਕੀਤਾ। ਮੀਰੀ ਤੇ ਪੀਰੀ ਦੀਆਂ 2 ਸ੍ਰੀ ਸਾਹਿਬਾਂ ਪਹਿਲਣਾ ਕੀਤੀਆਂ, ਪਰ ਹਿਰਦਾ ਸ਼ਾਂਤ ਹੈ। ਜਿਹਦੇ ਵੱਲ ਨਿਗਾਹ ਭਰ ਕੇ ਤੱਕਦੇ ਉਹਨੂੰ ਸ਼ਾਂਤ ਕਰ ਦਿੰਦੇ ਆ, ਵਾਸ਼ਨਾ ਖਹਿ ਕਰ ਦਿੰਦੇ ਆ। ਧੰਨ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਸ਼੍ਰੀ ਹਰਗੋਬਿੰਦਪੁਰ ਸਾਹਿਬ ਵਾਲੇ ਅਸਥਾਨ 'ਤੇ ਸਤਿਗੁਰੂ ਜੀ ਇਹ ਟਿਕੇ ਸਨ। ਇੱਥੇ ਭਗਵਾਨ ਦਾ ਘੇਰੜ ਆਇਆ, ਕਹਿਣ ਲੱਗਾ ਇਸ ਥੇ ਤੋਂ ਚਲੇ ਜਾਓ, ਇਹ ਮੇਰੀ ਮਾਲਕੀ ਹੈ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਕਿ ਅਸੀਂ ਇੱਥੇ 4 ਮਹੀਨੇ ਜਿਹੜਾ ਨਾ ਇਹ ਚਮਾਸਾ ਬਤੀਤ ਕਰਨਾ। ਬੜਾ ਸੁੰਦਰ ਥਾਂ ਹੈ, ਦਰਿਆ ਦਾ ਕਿਨਾਰਾ ਹੈ ਔਰ ਚਿੱਕੜ ਘੱਟ ਹੁੰਦਾ ਇੱਥੇ। ਇਹ ਜਗ੍ਹਾ ਧੰਨ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੀ ਸੀ, ਪਰ ਇਹ ਮਲ ਕੇ ਬੈਠਾ ਸੀ ਇਹਨੂੰ ਇਸੇ ਖਿਆਲ 'ਚ ਹੀ ਕਿ ਮੈਂ ਆਪਣੀ ਜਗ੍ਹਾ ਵਾਪਸ ਨਾ ਲੈ ਲੈਣ। ਇਸ ਕਰਕੇ ਇਹਨੇ ਆ ਕਰਕੇ ਇੱਦਾਂ ਕਹਿਣਾ ਕੀਤਾ। ਗੁਰੂ ਪਿਆਰਿਓ, ਸਤਿਗੁਰੂ ਗਰੀਬ ਨਿਵਾਜ ਜੀ ਨੇ ਸਮਝਾਉਣ ਦਾ ਯਤਨ ਕੀਤਾ ਕਿ ਇਹ ਜ਼ਮੀਨ ਇੱਥੇ ਪਈ ਰਹਿ ਜਾਣੀ ਆ, ਤੂੰ ਜਾ, ਕੋਈ ਨਹੀਂ, ਅਸੀਂ ਪਰਮੇਸ਼ਰ ਦੇ ਹੁਕਮ 'ਚ ਆਏ ਹਾਂ ਅਤੇ ਇੱਥੇ ਸਮਾਂ ਕੁਝ ਬਤੀਤ ਕਰਕੇ ਜਿਵੇਂ ਸਤਿਗੁਰੂ ਜੀ ਜੋ ਅਕਾਲ ਪੁਰਖ ਦਾ ਹੁਕਮ ਹੋਇਆ ਅਸੀਂ ਇੱਥੋਂ ਚਲੇ ਜਾਣਾ, ਕੋਈ ਨਹੀਂ। ਗੁਰੂ ਕੇ ਪਿਆਰਿਓ, ਸਤਿਗੁਰੂ ਜੀ ਦੀ ਨਿੰਦਿਆ ਕਰਨ ਲੱਗ ਪਿਆ, ਸਤਿਗੁਰੂ ਜੀ ਨੂੰ ਕੌੜੇ ਵਚਨ ਕਹਿਣ ਲੱਗ ਪਿਆ। ਸਤਿਗੁਰੂ ਜੀ ਨੇ ਜਰ ਲਏ। ਕਰਦਿਆਂ ਹੋਇਆਂ ਜਦੋਂ ਵੱਡੇ ਸਤਿਗੁਰਾਂ ਵੱਲ ਵਧਿਆ ਕਿ ਤੁਹਾਡੇ ਵੱਡੇ, ਜਦੋਂ ਇਹ ਬਚਨ ਸਤਿਗੁਰੂ ਜੀ ਨੂੰ ਇਹਨੇ ਕਹਿਣਾ ਕੀਤੇ, ਵੱਡੇ ਸਤਿਗੁਰਾਂ ਦੀ ਨਿੰਦਿਆ ਕੀਤੀ, ਸਾਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਉਸੇ ਵੇਲੇ ਸੋ ਇਸ਼ਾਰਾ ਕਰਤਾ ਗੁਰਸਿੱਖਾਂ ਨੂੰ। ਭਾਈ ਬਿਧੀ ਚੰਦ ਜੀ ਆਦਿਕ, ਭਾਈ ਜੇਠਾ ਜੀ ਆਦਿਕ ਸੂਰਮਿਆਂ ਨੇ ਗੁਰੂ ਕੇ ਪਿਆਰਿਓ ਇਹਦੀ ਚੰਗੀ ਸੋ ਚਰਨਦਾਸੀ ਦੇ ਨਾਲ ਸੇਵਾ ਕੀਤੀ। ਟਿੰਡ ਨੇ ਰਗੜਾਈ ਸੀ, ਪੱਗ ਇਹਦੀ ਲੱਥ ਗਈ, ਸਿਰ 'ਤੇ ਜੁੱਤੀਆਂ ਇਹੋ ਜਿਹੀਆਂ ਮਾਰੀਆਂ, ਜੁੱਤੀਆਂ ਦੀ ਮਾਰ ਖਾਂਦਿਆਂ ਹੋਇਆ ਹੀ ਇਹ ਮੂਰਖ ਜਿਹੜਾ ਹੈ ਮੂੰਹ ਤੋਂ ਵੱਡੇ ਸਤਿਗੁਰਾਂ ਦੀ ਅਤੇ ਸਤਿਗੁਰੂ ਗਰੀਬ ਨਿਵਾਜ ਜੀ ਦੀ ਨਿੰਦਿਆ ਕਰਦਾ, ਇਹ ਚੜ੍ਹਾਈ ਕਰ ਗਿਆ, ਮਰ ਗਿਆ। ਇਸ ਪ੍ਰਕਾਰ ਕਹਿਣ ਤੋਂ ਭਾਵ ਇਹ ਹੈ ਕਿ ਸਤਿਗੁਰੂ ਦੀ ਨਿੰਦਿਆ ਜਿਹੜੀ ਹੈ ਗੁਰਸਿੱਖ ਨਹੀਂ ਸੁਣਦਾ, ਬੇਅਦਬੀ ਨਹੀਂ ਸਹਾਰਦਾ। ਪਰ ਖਿਮਾ ਕਰਿਓ, ਬਹੁਤ ਹੀ ਮਾੜੇ ਭਾਗਾਂ ਵਾਲੇ ਆ ਜਿਹੜੇ ਆਪਣੀ ਅੱਖਾਂ ਦੇ ਨਾਲ ਇਹ ਨਿਗਾਹ ਦੇ ਨਾਲ ਸਤਿਗੁਰੂ ਜੀ ਦੀ ਬੇਅਦਬੀ ਤੱਕ ਕੇ ਤੇ ਚੁੱਪ ਕੀਤੇ ਰਹਿੰਦੇ ਆ। ਗੁਰੂ ਪਿਆਰਿਓ, ਸਾਰੀ ਸੰਗਤ ਨੂੰ ਦਾਸ ਬੇਨਤੀ ਕਰਦਾ ਹੈ। ਦਾਸ ਨੇ ਪਹਿਲਾਂ ਵੀ ਬਹੁਤ ਵਾਰ ਇਹ ਬੇਨਤੀਆਂ ਕੀਤੀਆਂ ਕਿ ਸਰਕਾਰਾਂ ਨੂੰ ਕਹਿੰਦੇ ਆ ਕਿ ਜੇ ਬੇਅਦਬੀ ਹੋ ਜਾਏ ਫਿਰ ਕਹਿੰਦੇ ਸਾਨੂੰ ਇਨਸਾਫ ਦਿਓ, ਬੇਅਦਬੀ ਦਾ ਕਾਰਨ ਕੀ ਇਹ ਲੱਭੀਏ। ਜਿੱਥੇ ਜਿੱਥੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਰੂਪ ਪ੍ਰਕਾਸ਼ਮਾਨ ਹਨ, ਗੁਰੂ ਘਰ ਬਣੇ ਆ, ਉੱਥੇ ਉੱਥੇ ਹੀ
ਹਰੇਕ ਗੁਰੂ ਘਰ ਵਿੱਚ 24 ਘੰਟੇ ਦਾ ਪਹਿਰਾ ਜ਼ਰੂਰ ਹੋਵੇ। ਫਿਰ ਉੱਥੇ ਕਦੀ ਵੀ ਕੋਈ ਵੀ ਦੁਸ਼ਟ ਬੇਅਦਬੀ ਸਤਿਗੁਰੂ ਜੀ ਦੀ ਨਹੀਂ ਕਰ ਸਕਦਾ। ਬੇਅਦਬੀਆਂ ਉੱਥੇ ਹੋਈਆਂ ਜਿੱਥੇ ਪਹਿਰਾ ਨਹੀਂ ਜਾਂ ਸਤਿਗੁਰਾਂ ਦੇ ਹਜ਼ੂਰ ਕੋਈ ਪਹਿਰੇਦਾਰ ਹਾਜ਼ਰ ਨਹੀਂ। ਜੇ ਕੋਈ ਤਿਆਰ ਬਰ ਤਿਆਰ ਪਹਿਰੇਦਾਰ ਹਾਜ਼ਰ ਹੈ, ਕੋਈ ਸਿਰ ਫਿਰਿਆ ਫਿਰ ਵੀ ਉੱਥੇ ਆ ਜਾਏ ਬੇਅਦਬੀ ਕਰਨ, ਆ ਕੱਲ੍ਹ ਪਰਸੋਂ ਦੀ ਗੱਲ ਆ ਨਾ, ਹਰਿਆਣੇ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਰੂਪ 'ਤੇ ਦੁਸ਼ਟ, ਸੋ ਗੁਰੂ ਕੇ ਪਿਆਰਿਓ ਜ਼ੁਬਾਨ ਤੋਂ ਇਹ ਅੱਖਰ ਨਹੀਂ ਨਿਕਲਦਾ, ਸ਼ਰਮ ਆਉਂਦੀ ਹੈ ਸ਼ਰਮ। ਖਿਮਾ ਕਰਿਓ ਜੇ ਕਿਸੇ ਦੇ ਪਿਓ ਦੀ ਕੋਈ ਪੱਗ ਲਾਉਂਦਾ ਤੇ ਉਹ ਕਿਸੇ ਨੂੰ ਲੋਕਾਂ ਨੂੰ ਨਹੀਂ ਦੱਸਦਾ ਫਿਰਦਾ, ਜਾਂ ਦੁਸ਼ਮਣਾਂ ਕੋਲ ਨਹੀਂ ਜਾਂਦਾ ਕਿ ਮੇਰੇ ਪਿਓ ਦੀ ਪੱਗ ਲੱਥੀ ਮੈਨੂੰ ਬਦਲਾ ਲੈ ਦਿਓ। ਉਹ ਮਰ ਜਾਂਦਾ, ਉਹਦੀ ਗੈਰਤ ਅਣਖ ਵਾਲਾ ਜਿਹੜਾ ਨਾ ਉਹ ਕਿਸੇ ਨੂੰ ਦੱਸਣ ਜੋਗਾ ਨਹੀਂ ਰਹਿੰਦਾ। ਪਰ ਕੀ ਕਹੀਏ ਉਹਨਾਂ ਨੂੰ, ਥਾਵਾਂ ਥਾਵਾਂ 'ਤੇ ਬੇਅਦਬੀ ਹੋ ਰਹੀ ਹੈ ਔਰ ਵੀਡੀਓ ਬਣਾ ਪਾਈ ਜਾਂਦੇ ਆ, ਫੋਟੋਆਂ ਕੱਟ ਕੇ ਪਾਈ ਜਾਂਦੇ ਆ ਔਰ ਹੋਰ ਸ਼ੇਅਰ ਕਰਨ ਨੂੰ ਕਹਿੰਦੇ ਆ। ਕੀ ਇਹ ਇੱਜ਼ਤ ਬਣ ਰਹੀ ਆ? ਔਰ ਜਿਨ੍ਹਾਂ ਨੇ ਗੁਰੂ ਕੇ ਪਿਆਰਿਓ, ਜਿਸ ਸੰਸਥਾ ਦੀ ਹੋਂਦ ਹੀ ਉਪਜ ਹੀ ਇਸ ਕਰਕੇ ਹੋਈ ਸੀ ਕਿ ਧੰਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸੇਵਾ ਸੰਭਾਲ, ਗੁਰੂ ਘਰਾਂ ਦੀ ਔਰ ਪੰਥ ਦੇ ਪ੍ਰਚਾਰ ਪ੍ਰਸਾਰ ਵਾਸਤੇ ਜੇ ਉੱਥੋਂ ਹੀ ਗੁਰੂ ਕੇ ਪਿਆਰਿਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਰੂਪ ਗਾਇਬ ਹੋ ਜਾਣ ਤੇ ਫਿਰ ਕਿਹਨੂੰ ਪੁੱਛਾਂਗੇ ਜਾ ਕੇ, ਕਿਹਦੇ ਅੱਗੇ ਹੱਥ ਫੈਲਾਉਣਾ ਤੇ ਕਿਹਦੇ ਅੱਗੇ ਤਰਲੇ ਕੱਢਣੇ ਆ, ਜਾਂ ਕਿਹਦਾ ਸਿਰ ਵੱਢੀਏ ਜਾ ਕੇ ਕਿ ਤੁਸੀਂ ਦੋਸ਼ੀ ਹੋ। ਇਸ ਕਰਕੇ ਹਰੇਕ ਨੂੰ ਚਾਹੀਦਾ, ਜਿਹੜਾ ਵੀ ਸਿੱਖ ਕਹਾਉਂਦਾ ਜਾਂ ਸਿੱਖ ਨਹੀਂ ਵੀ ਕਹਾਉਂਦਾ, ਗੁਰੂ ਕਾ ਸਤਿਕਾਰ ਕਰਦਾ, ਮੰਨਦੇ ਆ ਸਤਿਗੁਰਾਂ ਨੂੰ। ਕਈ ਗੁਰੂ ਕੇ ਪਿਆਰਿਓ ਹਿੰਦੂ ਧਰਮ ਵਿੱਚ ਜਿਨ੍ਹਾਂ ਜਨਮ ਲਿਆ ਉਹ ਸਤਿਗੁਰੂ ਜੀ ਦਾ ਬਹੁਤ ਸਤਿਕਾਰ ਕਰਦੇ ਆ। ਮੁਸਲਮਾਨ ਧਰਮ ਵਿੱਚ ਜਨਮ ਲੈਣ ਵਾਲੇ ਵੀ ਸਤਿਗੁਰੂ ਜੀ ਦਾ ਬਹੁਤ ਸਤਿਕਾਰ ਕਰਦੇ ਆ। ਸਾਰੇ ਹੀ ਸਤਿਕਾਰ ਕਰਨ ਵਾਲਿਆਂ ਨੂੰ, ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲਿਆਂ ਨੂੰ ਦਾਸ ਬੇਨਤੀ ਕਰਦਾ, ਔਰ ਵਿਸ਼ੇਸ਼ ਕਰਕੇ ਗੁਰੂ ਕੇ ਸਿੱਖਾਂ ਨੂੰ, ਸਿੰਘਾਂ ਨੂੰ ਔਰ ਗ੍ਰੰਥੀ ਸਿੰਘਾਂ ਨੂੰ ਮਤਾ ਜਾਣੋ ਕਿ ਅਸੀਂ ਚਾਰ ਇਹ ਜੋ ਛਿੱਲਣਾ ਵਾਸਤੇ ਸੇਵਾ ਕਰਨੀ, ਇਹ ਸੇਵਾ ਜਾਣੋ ਕਿ ਸਤਿਗੁਰੂ ਜੀ ਦੀ ਕਰ ਰਹੇ ਹਾਂ, ਕਿਸੇ ਬੰਦੇ ਦੀ ਨਹੀਂ, ਕਿਸੇ ਪ੍ਰਧਾਨ ਦੀ ਨਹੀਂ। ਗੁਰੂ ਕੀ ਸੇਵਾ ਦੇ ਵਿੱਚ ਤਤਪਰ ਹਾਜ਼ਰ ਰਹੋ, ਔਰ ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬੇਅਦਬੀ ਹੁੰਦੀ ਹੈ ਉੱਥੇ ਕਿਸੇ ਦੀ ਨਹੀਂ ਮੰਨਣੀ। ਔਰ ਸਤਿਕਾਰ ਦੇ ਵਾਸਤੇ, ਸਤਿਗੁਰੂ ਜੀ ਦੇ ਸਤਿਕਾਰ ਵਾਸਤੇ ਹਰ ਯਤਨ ਕਰਨਾ ਇਹ ਜਾਇਜ਼ ਹੈ। ਇਸ ਕਰਕੇ ਦਾਸ ਨੇ ਪਹਿਲਾਂ ਵੀ ਕਈ ਵਾਰ ਇਹ ਬੇਨਤੀ ਕੀਤੀ ਹੈ, ਜਿੱਥੇ ਵੀ ਗੁਰੂ ਕੇ ਪਿਆਰਿਓ ਧੰਨ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੀ ਕੋਈ ਬੇਅਦਬੀ, ਬੇਵਕੂਫ, ਮੂਰਖ, ਮੰਦਿਆਂ ਭਾਗਾਂ ਵਾਲਾ, ਅਤ ਦਰਜੇ ਦਾ ਨੀਚ ਜੇ ਕੋਈ ਕਰਦਾ ਹੈ, ਕਿਉਂਕਿ ਇਹ ਸਿਆਣਾ ਬੰਦਾ ਇਹ ਕਰਮ ਨਹੀਂ ਕਰਦਾ, ਉਹ ਤਾਂ ਕਿਸੇ ਦੀ ਧਾਰਮਿਕ ਪੋਥੀ ਕੀ, ਕਿਸੇ ਦੀ ਕਿਤਾਬ ਨੂੰ ਵੀ ਨਹੀਂ ਪੜ੍ਹੇਗਾ, ਸਕੂਲ ਦੀ ਕਿਤਾਬ ਵੀ ਸਿਆਣਾ ਬੰਦਾ ਨਹੀਂ ਪੜ੍ਹੇਗਾ। ਔਰ ਕਹੀਏ ਮੂਰਖ, ਕਹਿ ਦਿੰਦੇ ਆ ਜੀ ਫਲਾਣੇ ਥਾਂ ਉਹ ਪਾਗਲ ਸੀ। ਪਾਗਲ ਜਿਹੜਾ ਬੰਦਾ ਹੈ ਉਹਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਹੀ ਮਿਲੇ ਇੱਕ ਬੇਅਦਬੀ ਕਰਨ ਵਾਸਤੇ। ਪਾਗਲ ਬੰਦਾ ਜੋ ਹੈ ਉਹ ਆਪਣੇ ਘਰਦਿਆਂ ਦੇ, ਆਪਣੀ ਮਾਂ ਦੇ, ਆਪਣੀ ਭੈਣ ਦੇ ਉਹਨੇ ਬਸਤਰ ਕਿਉਂ ਨਾ ਪਾੜਤੇ, ਉਹ ਇੱਥੇ ਹੀ ਆਇਆ ਸਤਿਗੁਰੂ ਜੀ ਦੇ ਅੰਗ ਪਾੜਨ ਜਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨਾ। ਇਸ ਕਰਕੇ ਕੋਈ ਪਾਗਲ ਨਹੀਂ। ਜੇ ਇਹੋ ਜਿਹਾ ਬੰਦਾ ਪਾਗਲ ਹੈ ਤਾਂ ਪਾਗਲ ਨੂੰ ਰੱਖਣ ਦੀ ਵੀ ਲੋੜ ਨਹੀਂ। ਇਹੋ ਜਿਹਾ ਪਾਗਲ ਜਿਹੜਾ ਗੁਰੂ ਦੀ ਬੇਅਦਬੀ ਕਰ ਸਕਦਾ ਹੈ, ਨਿਰਵੈਰ
ਨਿਰਪੱਖ ਸਤਿਗੁਰੂ ਜੋ ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਸਾਰਿਆਂ ਦੇ ਸਾਂਝੇ ਸਾਹਿਬ ਮਾਲਕ ਸਤਿਗੁਰੂ, ਏਕ ਪਿਤਾ ਏਕ ਸਕੇ ਹਮ ਬਾਰਕ। ਇਹੋ ਜਿਹੇ ਸਤਿਗੁਰੂ ਜੀ ਦੀ ਬੇਅਦਬੀ ਕਰ ਸਕਦਾ ਤੇ ਉਹ ਸਮਾਜ ਦਾ ਵੀ ਘਾਤਕ ਹੈ। ਉਹ ਰੱਖਣ ਯੋਗ ਨਹੀਂ, ਉਹਨੂੰ ਉਸੇ ਵੇਲੇ ਹੀ ਉਹਦਾ ਸਿਰ ਕਲਮ ਕਰ ਦਿੱਤਾ ਜਾਣਾ ਚਾਹੀਦਾ, ਉਹਦੇ ਟੁਕੜੇ ਕਰਕੇ ਤੇ ਖਿਲਾਰ ਦੇਣੇ ਚਾਹੀਦੇ ਆ। ਇਸ ਕਰਕੇ ਦਾਸ ਇੰਨੀਆਂ ਬੇਨਤੀਆਂ ਕਰੇਗਾ। ਗੁਰੂ ਪਿਆਰਿਓ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਦਾ ਹੀ ਸਤਿਗੁਰੂ ਜੀ ਸਾਰਿਆਂ ਦਾ ਭਲਾ ਮੰਗਦੇ ਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸਦਾ ਹੀ ਸਤਿਗੁਰੂ ਜੀ ਦਾ ਸਦਾ ਸਤਿਕਾਰ ਕਰਨਾ ਚਾਹੀਦਾ। ਬੇਅਦਬੀ ਕਦੇ ਵੀ ਨਹੀਂ ਹੋਣੀ ਚਾਹੀਦੀ। ਆਪਣੀ ਹੰਕਾਰ ਹਉਮੈ ਨੂੰ ਪੱਠੇ ਪਾਉਣ ਵਾਸਤੇ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਲਿਆਂਦਾ, ਇੱਥੇ ਮੇਰਾ ਹੈ, ਮੈਂ ਜੋ ਮਰਜ਼ੀ ਕਰਾਂ, ਨਹੀਂ ਇੱਦਾਂ ਨਹੀਂ। ਮੇਰਾ ਛੱਡ ਕੇ, ਮੈਂ ਛੱਡ ਕੇ ਤੇ ਸਤਿਗੁਰੂ ਜੀ ਦਾ ਸਤਿਕਾਰ ਕਿਵੇਂ ਰਹਿਣਾ ਹੈ, ਸਤਿਗੁਰੂ ਜੀ ਦੀ ਸੰਭਾਲ ਇੱਥੇ ਨਿਤਨੇਮ ਗੁਰੂ ਘਰ ਵਿੱਚ, ਇਹਦਾ ਪਹਿਲੇ ਨੰਬਰ 'ਤੇ ਇਸ ਚੀਜ਼ ਦਾ ਖਿਆਲ ਰੱਖਣਾ ਚਾਹੀਦਾ ਹੈ। ਬਹੁਤੇ ਥਾਵਾਂ 'ਤੇ, ਕਈ ਥਾਵਾਂ 'ਤੇ ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਕੀਤੇ ਆ, ਦੋ ਜਣੇ ਲੜ ਪਿਓ ਜੀ, ਅਸੀਂ ਜੀ ਵੱਖਰਾ ਗੁਰਦੁਆਰਾ ਬਣਾ ਲੈਣਾ। ਸੋ 4 ਸਿਲੜਾਂ ਕੋਲ ਹੈ, ਜਾਂ ਇਕੱਠੀ ਕਰਕੇ ਗਰਾਈ ਇਮਾਰਤ ਖੜੀ ਕਰ ਲਈ। ਪਰ ਜਦੋਂ ਗ੍ਰੰਥੀ ਰੱਖਣ ਦਾ ਸਮਾਂ ਆਇਆ, ਵੇਲਾ ਆਇਆ, ਉੱਥੇ ਜੀ ਪੈਸੇ ਬੜੇ ਮੰਗਦੇ ਆ। ਕੌਣ 4-5 ਹਜ਼ਾਰ 10 ਹਜ਼ਾਰ ਦੇਵੇ? ਅਸੀਂ ਨਹੀਂ ਦੇ ਸਕਦੇ, ਅਸੀਂ ਨਹੀਂ ਸੰਭਾਲ ਕਰਨੀ, ਅਸੀਂ ਆਪੇ ਕਰ ਲਾਂਗੇ। ਆਪ ਵੀ ਨਾ ਆਪਾਂ ਸੰਥਿਆ ਕਰਨੀ ਤੇ ਨਾ ਬੱਚਿਆਂ ਨੂੰ ਕਰਾਉਣੀ। ਗੁਰੂ ਪ੍ਰੇਮੀਓ, ਸੱਚ ਜੇ ਕੋਈ ਬਿਰਲਾ ਹੀ ਵੱਡੇ ਭਾਗਾਂ ਵਾਲਾ ਜਿਨ੍ਹਾਂ ਕੋਲ 4 ਦਮੜੇ ਹੈਗੇ, ਉਹਨਾਂ ਦਾ ਬੱਚਾ ਸੰਥਿਆ ਕਰਦਾ। ਬਾਕੀ ਗਰੀਬ ਵਿਚਾਰੇ ਜਿਨ੍ਹਾਂ ਰੁਜ਼ਗਾਰ ਬਣਾਉਣਾ ਨਾ ਬਹੁ ਗਿਣਤੀ 'ਚ, ਉਹ ਸੰਥਿਆ ਕਰ ਰਹੇ ਆ ਕਿ ਚਲੋ ਗ੍ਰੰਥੀ ਲੱਗ ਜੂ ਕਿਤੇ, ਹੋਰ ਤਾਂ ਕੁਝ ਨਹੀਂ। ਇਸ ਕਰਕੇ ਨਾ ਆਪ ਸੰਥਿਆ ਕਰਨੀ ਤੇ ਜਿਹਨੇ ਸੰਥਿਆ ਕੀਤੀ ਹੈ, ਜੋ ਗ੍ਰੰਥੀ ਸਿੰਘ ਹੈ, ਉਹਦਾ ਸਤਿਕਾਰ ਨਹੀਂ ਕਰਨਾ। ਗ੍ਰੰਥੀ ਸਿੰਘਾਂ ਦੇ ਬੱਚੇ ਜਿਹੜੇ ਆ, ਉਹ ਵੀ ਅੱਗੇ ਇਸ ਲਾਈਨ 'ਚ ਨਹੀਂ ਪੈ ਰਹੇ। ਹਰੇਕ ਚਾਹੁੰਦਾ ਮੇਰਾ ਬੱਚਾ ਡਾਕਟਰ ਬਣ ਜੇ, ਮਾਸਟਰ ਬਣ ਜੇ, ਮੇਰਾ ਬੱਚਾ ਇੰਜੀਨੀਅਰ ਬਣ ਜੇ। ਪਰ ਕਿਸੇ ਨੇ ਨਹੀਂ ਕਦੀ ਕਿਹਾ ਕਿ ਮੇਰਾ ਬੱਚਾ ਗੁਰੂ ਕਾ ਸੇਵਾਦਾਰ ਬਣੇ। ਜੋ ਬੱਚੇ ਕਰਮਾਂ ਵਾਲੇ ਸੇਵਾਦਾਰ ਬਣਨ ਵਾਸਤੇ ਸੰਥਿਆ ਕਰਨ ਵੀ ਆਉਂਦੇ, ਮਾਂ ਪਿਓ ਯਤਨ ਕਰਦੇ ਆ ਕਿ ਇਹਨੂੰ ਇੱਧਰੋਂ ਹਟਾਈਏ, ਕਿਸੇ ਕੰਮ ਲੱਗੇ। ਇਹ ਕੰਮ ਨਹੀਂ ਆ, ਕਿਉਂਕਿ ਇਸ ਕੰਮ ਨੂੰ ਕੰਮ ਨਹੀਂ ਸਮਝਿਆ, ਇਹਦੇ ਵਿੱਚ ਸਤਿਕਾਰ ਨਹੀਂ ਹੈ। ਜਿਹਨੂੰ ਘਰ 'ਚ ਕੋਈ ਨਹੀਂ ਪੁੱਛਦਾ, ਸੋ ਘਰ ਵਾਲੀ ਸਵਾਣੀ ਤੋਂ ਜੋ ਰੋਜ਼ ਹੀ ਸੇਵਾ ਕਰਾਉਂਦਾ ਹੈ, ਸੇਵਾ ਭਾਵ ਉਹਦੇ ਜੋੜੇ ਝਾੜਦਾ ਹੈ ਜਾਂ ਕੁੱਟ ਖਾਂਦਾ ਹੈ, ਉਹ ਵੀ ਆ ਕੇ ਗੁਰੂ ਘਰ ਦੇ ਗ੍ਰੰਥੀ ਨੂੰ ਆ ਕੇ ਰੋਹਬ ਪਾਉਂਦਾ। ਇਸੇ ਕਰਕੇ ਗੁਰੂ ਕੇ ਪਿਆਰਿਓ, ਜੇ ਸਤਿਗੁਰੂ ਜੀ ਦਾ ਸਤਿਕਾਰ ਕਰਨਾ ਤੇ ਗੁਰੂ ਕੇ ਗ੍ਰੰਥੀਆਂ ਦਾ ਸਤਿਕਾਰ ਵੀ ਬਹਾਲ ਰੱਖਣਾ ਪਵੇਗਾ। ਜੇ ਸਾਨੂੰ ਪਤਾ ਹੋਵੇਗਾ ਕਿ ਸਤਿਗੁਰੂ ਜੀ ਦਾ ਸਤਿਕਾਰ ਕਿਵੇਂ ਕਰਨਾ, ਤਾਂ ਹੀ ਅਸੀਂ ਗ੍ਰੰਥੀਆਂ ਦਾ ਕਰਾਂਗੇ ਨਾ। ਗੁਰੂ ਕਾ ਸਤਿਕਾਰ ਕਰਨਾ ਸੰਗਤ ਤੋਂ ਪ੍ਰਾਪਤ ਹੋਵੇਗਾ। ਗੁਰੂ ਕੀ ਜਿਨ੍ਹਾਂ ਨੇ ਗੁਰੂ ਕੇ ਪਿਆਰਿਓ ਬਾਣੀ ਪੜ੍ਹੀ ਹੈ, ਬਾਣੀ ਦਾ ਸਤਿਕਾਰ ਕਰਦੇ, ਉਹਨਾਂ ਤੋਂ ਸਿੱਖਣਾ। ਆਪ ਸਿੱਖਾਂਗੇ ਤੇ ਫਿਰ ਹੀ ਦੂਜਿਆਂ ਦਾ ਸਤਿਕਾਰ ਕਰਾਂਗੇ ਨਾ। ਗ੍ਰੰਥੀਆਂ ਦਾ ਸਤਿਕਾਰ ਹੋਵੇਗਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬੇਅਦਬੀ ਕਦੀ ਨਹੀਂ ਹੋਵੇਗੀ। ਗੁਰੂ ਕੇ ਸੋ ਉਹ ਗ੍ਰੰਥੀ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਤਨੋਂ ਮਨੋਂ ਸੇਵਾ ਕਰਨ। ਔਰ ਜੇ ਗ੍ਰੰਥੀ ਸਭ ਕੁਝ ਗੁਰੂ ਘਰੋਂ ਲੈ ਕੇ ਸੋ ਖਾਣ ਪੀਣ ਪਹਿਨਣ ਸਤਿਕਾਰ ਮਾਣ ਪ੍ਰਾਪਤ ਕਰਕੇ ਵੀ ਜੇ ਸਤਿਗੁਰੂ ਜੀ ਦੀ ਸੇਵਾ ਨਹੀਂ ਕਰਦਾ ਤੇ ਉਦੋਂ ਵੱਡਾ ਮਾੜਾ ਕੋਈ ਨਹੀਂ। ਦਾਸ ਬੇਨਤੀ ਕਰੇ, ਧੰਨ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ
ਦੀ ਪੂਜਾ ਜੋ ਹੈ ਵਿਧੀ ਦੇ ਸਹਿਤ ਕਰਦੇ ਆ ਗੁਰੂ ਕੇ ਸਿੱਖ। ਇਸ਼ਨਾਨ ਕਰੇ ਪ੍ਰਭਾਤ ਸੁਧ ਮਨ। ਇਸ਼ਨਾਨ ਕਰਦੇ ਆ ਪ੍ਰਭਾਤੇ ਅੰਮ੍ਰਿਤ ਵੇਲੇ ਔਰ ਮਨ ਨੂੰ ਸ਼ੁੱਧ ਕਰਕੇ ਗੁਰ ਪੂਜਾ ਵਿਧ ਸਹਿਤ ਕਰਨ। ਸਤਿਗੁਰੂ ਜੀ ਦੀ ਪੂਜਾ ਵਿਧੀ ਦੇ ਸਹਿਤ ਕਰਦੇ। ਜੋ ਸਤਿਗੁਰੂ ਜੀ ਨੇ ਮਨ ਦੱਸੀ ਹੈ ਨਾ ਆਗਿਆ, ਇਹ ਵਿਧੀ ਦੱਸੀ ਹੈ ਕਿ ਪਹਿਲਾਂ ਅੰਮ੍ਰਿਤ ਵੇਲੇ ਉੱਠ ਕੇ ਆਪ ਪਹਿਲਾਂ ਸ਼ੌਚ ਕਿਰਿਆ ਕਰਨੀ, ਇਸ਼ਨਾਨ ਪਾਣੀ ਕਰਕੇ ਸ਼ੁੱਧ ਵਸਤਰ ਪਹਿਨ ਕਰਕੇ ਫਿਰ ਸਤਿਗੁਰਾਂ ਦੇ ਹਜ਼ੂਰ ਆਉਣਾ। ਇਸ ਤਰ੍ਹਾਂ ਵਿਧੀ ਦੇ ਸਹਿਤ ਕਰਦੇ ਹਨ। ਕੰਚਨ ਤਨ ਹੋਏ ਪਰਸ ਪਾਰਸ ਕਉ, ਜੋਤ ਸਰੂਪੀ ਧਿਆਨ ਧਰੰ। ਸੋ ਪਾਰਸ ਨੂੰ ਪਰਸ ਕਰਕੇ, ਜਿਵੇਂ 8 ਤੰਤਾਂ ਸੋਨਾ ਬਣ ਜਾਂਦੀਆਂ, ਇਸੇ ਤਰ੍ਹਾਂ ਸਤਿਗੁਰੂ ਰੂਪੀ ਪਾਰਸ ਨੂੰ ਪਰਸ ਕਰਕੇ 4 ਵਰਣ ਤੇ 4 ਮਜ਼ਹਬ ਇਹ ਸਾਰੇ ਹੀ ਸੋਨੇ ਦੀ ਤਰ੍ਹਾਂ ਸ਼ੁੱਧ ਬ੍ਰਹਮ ਦਾ ਸਰੂਪ ਬਣ ਜਾਂਦੇ ਹਨ। ਜੋਤ ਸਰੂਪੀ ਧਿਆਨ ਧਰਮ। ਗੁਰੂ ਕੇ ਪਿਆਰਿਓ, ਜੋਤ ਸਰੂਪ ਜੋ ਬ੍ਰਹਮ ਹੈ ਨਾ, ਉਹਦਾ ਹਿਰਦੇ ਦੇ ਵਿੱਚ ਧਿਆਨ ਧਰਦੇ ਆ। ਅਥਵਾ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਜੋਤੀ ਰੂਪ ਗੁਰੂ ਨਾਨਕ ਦੇਵ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਦਾ ਧਿਆਨ ਧਰਦੇ ਹਨ। ਜਗ ਜੀਵਨ ਜਗਨਨਾਥ ਜਲ ਥਲ ਮਹਿ, ਰਹਿਆ ਪੂਰ ਬਹੁ ਬਿਦ ਕਰਨੰ। ਜਗਤ ਦਾ ਜੋ ਜੀਵਨ ਰੂਪ ਹੈ, ਜਗਨਾਥ ਜੋ ਸਾਰੇ ਜਗ ਦਾ ਮਾਲਕ ਹੈ, ਔਰ ਜਲਾਂ ਵਿੱਚ, ਥਲਾਂ ਵਿੱਚ, ਮਹੀ, ਧਰਤੀ, ਅਲ, ਆਕਾਸ਼ ਵਿੱਚ ਸਾਰੇ ਥਾਵਾਂ ਤੋਂ ਜੋ ਪਰਿਪੂਰਨ ਹੈ ਨਾ, ਉਹਨੂੰ ਬਹੁਤ ਵਿਧੀਆਂ ਦੇ ਨਾਲ ਸਾਰਿਆਂ ਨੇ ਵਰਣਨ ਕੀਤਾ ਹੈ। ਵਿਦਾਂਤੀ ਗਿਆਨ ਕਥਨ ਕਰਦੇ ਆ। ਸੋ ਪੂਰਬ ਮੀਮਾਂਸਾ ਵਾਲੇ ਉਹਨੂੰ ਕਰਮਵਾਦੀ ਕਥਨ ਕਰਦੇ ਆ। ਨਿਆਏ ਜਿਹੜੇ ਆ ਕਾਲਵਾਦੀ ਕਥਨ ਕਰਦੇ ਆ। ਵਿਸ਼ੇਸ਼ਕ ਜਿਹੜੇ ਆ ਉਹਨੂੰ ਗੁਰੂ ਕੇ ਪਿਆਰਿਓ ਇਸੇ ਤਰ੍ਹਾਂ ਯੋਗੀ ਜਿਹੜੇ ਆ ਉਹ ਬਿਰਤੀ ਨਿਰੋਧ ਕਥਨ ਕਰਦੇ ਆ। ਇਹ ਸਾਰੇ ਉਹਨੂੰ ਬਹੁਤ ਵਿਧੀਆਂ ਦੇ ਨਾਲ ਕਥਨ ਕਰ ਰਹੇ ਆ। ਕਥਨ ਹੈ ਉਹ ਇੱਕ ਹੀ। 6 ਘਰ 6 ਗੁਰ 6 ਉਪਦੇਸ਼, ਗੁਰ ਗੁਰ ਏਕੋ ਵੇਸ ਅਨੇਕ। ਇਹ 6 ਸ਼ਾਸਤਰ 6 ਮੁਨੀਆਂ ਨੇ ਜੋ ਰਿਖੀਆਂ ਨੇ ਉਚਾਰਨ ਕੀਤੇ ਆ। ਉਹਨਾਂ ਵਿੱਚ 6 ਸਿਧਾਂਤ ਰੱਖੇ ਇਹਨਾਂ ਨੇ ਵੱਖਰੇ ਵੱਖਰੇ। ਜਿਸ ਤਰ੍ਹਾਂ ਦ੍ਰਿਸ਼ਟਾਂਤ ਹੈ ਕਿ ਇੱਕ ਵਾਰ ਹਾਥੀ ਲੰਘ ਰਿਹਾ ਸੀ ਤੇ 6 ਅੰਨੇ ਸਨ, ਨੇਤਰਾਂ ਤੋਂ ਨੇੜੇ। ਕਹਿਣ ਲੱਗੇ ਜੀ ਸਾਨੂੰ ਵਿਖਾ ਦਿਓ ਹਾਥੀ ਕਿਹੋ ਜਿਹਾ ਹੁੰਦਾ। ਹਾਥੀ ਨੂੰ ਬਿਠਾ ਕੇ ਤੇ ਉਹ 6 ਨੂੰ ਹਾਥੀ ਦੇ ਨਾਲ ਹੱਥ ਲਵਾਤੇ। ਜਿਹਨੇ ਸੁੰਡ ਨੂੰ ਹੱਥ ਲਾਇਆ, ਇੱਕ ਨੇ ਸੁੰਡ ਨੂੰ, ਦੂਜੇ ਨੇ ਸਿਰ ਨੂੰ, ਤੀਜੇ ਨੇ ਉਹਦੇ ਪੇਟ ਨੂੰ, ਚੌਥੇ ਨੇ ਲੱਤਾਂ ਨੂੰ, 5ਵੇਂ ਨੇ ਪੂਛ ਨੂੰ, 6ਵੇਂ ਨੇ ਕੰਨਾਂ ਨੂੰ। ਜਿਹਨੇ ਸੁੰਡ ਨੂੰ ਹੱਥ ਲਾਇਆ ਉਹ ਕਹਿਣ ਲੱਗਾ ਜੀ ਮੈਂ ਹਾਥੀ ਵੇਖਿਆ ਉਹ ਪਰਨਾਲੇ ਵਰਗਾ ਹੁੰਦਾ। ਜਿਹਨੇ ਕੰਨਾਂ ਨੂੰ ਹੱਥ ਲਾਇਆ ਉਹ ਕਹਿੰਦਾ ਨਹੀਂ ਨਹੀਂ ਝੂਠ ਬੋਲਦਾ, ਛੱਜ ਵਰਗਾ। ਜਿਹਨੇ ਪੇਟ ਨੂੰ ਹੱਥ ਲਾਇਆ ਉਹ ਕਹਿਣ ਲੱਗਾ ਨਹੀਂ ਗੀਰੇ ਵਰਗਾ। ਇਸੇ ਤਰ੍ਹਾਂ ਜਿਹਨੇ ਲੱਤਾਂ ਨੂੰ ਹੱਥ ਲਾਇਆ ਉਹ ਕਹਿਣ ਲੱਗਾ ਥੰਮਲੇ ਵਰਗਾ ਹੁੰਦਾ। ਜਿਹਨੇ ਪੂਛ ਫੜੀ ਉਹ ਕਹਿਣ ਲੱਗਾ ਨਹੀਂ ਉਹ ਰੱਸੀ ਵਰਗਾ ਹੁੰਦਾ, ਮੋਟੇ ਰੱਸੇ ਵਰਗਾ। ਉਹ 6 ਆਪਸ ਵਿੱਚ ਝਗੜ ਪਏ। ਉਹ ਕਹਿਣ ਲੱਗਾ ਮੈਂ ਸੱਚਾ, ਉਹ ਕਹਿੰਦਾ ਮੈਂ ਸੱਚਾ। ਉਹ ਲੜਾਈ ਹੋ ਗਈ ਉਹਨਾਂ ਦੀ। ਉੱਥੇ ਸਜਾਖਾ ਆਇਆ। ਉਹ ਕਹਿਣ ਲੱਗਾ ਭਾਈ ਤੁਸੀਂ ਸਾਰੇ ਸੱਚੇ ਜੇ, ਪਰ ਤੁਸੀਂ ਇੱਕ ਇੱਕ ਅੰਗ ਨੂੰ ਕਥਨ ਕਰ ਰਹੇ ਹੋ। ਧੰਨ ਗੁਰੂ ਗਰੀਬ ਨਿਵਾਜ ਜੀ ਨੇ ਉਸ ਬ੍ਰਹਮ ਨੂੰ ਸੰਪੂਰਨ ਤੌਰ 'ਤੇ ਇਹ ਬ੍ਰਹਮ ਵਿਦਿਆ ਵਿੱਚ ਕਥਨ ਕੀਤਾ, ਜਿਹਨੂੰ 6
ਜੋ ਸ਼ਾਸਤਰ ਆ ਨਾ, ਇੱਕ ਇੱਕ ਅੰਗ ਨੂੰ ਕਥਨ ਕਰਦੇ ਆ। ਇਹਨਾਂ ਨੂੰ ਵਿਧੀ ਪੂਰਵਕ ਕਥਨ ਇਹਨਾਂ ਦੇ ਨੂੰ ਲੈ ਲੈਣਾ। ਯੋਗ ਕਹਿੰਦਾ ਹੈ ਬਿਰਦੀ ਚਿੱਤ ਨਿਰੋਧਾ ਸਾਜੋਗਾ। ਬਿਰਤੀ ਦਾ ਨਿਰੋਧ ਕਰਨਾ ਇਹ ਯੋਗ ਹੈ। ਇਸੇ ਤਰ੍ਹਾਂ ਕਰਮਵਾਦੀ ਜਿਹੜਾ ਹੈ ਉਹ ਲੈ ਲੈਣਾ ਕਿ ਮਾੜੇ ਕਰਮ ਨਹੀਂ ਕਰਨੇ, ਇਹਦਾ ਲੇਖਾ ਦੇਣਾ ਪਵੇਗਾ। ਜੋ ਕਾਲਵਾਦੀ ਹੈ ਉੱਥੋਂ ਇਹ ਖਿਆਲ ਕਰਨਾ ਕਿ ਕਾਲ ਜਿਹੜਾ ਲੰਘਿਆ ਹੱਥ ਨਹੀਂ ਆਉਂਦਾ, ਇਸ ਕਰਕੇ ਸਮੇਂ ਦੀ ਸੰਭਾਲ ਕਰਨੀ। ਇਸੇ ਤਰ੍ਹਾਂ ਸਾਰਿਆਂ ਦੇ ਇਹ ਇੱਕ ਇੱਕ ਗੁਣ ਨੂੰ ਵਿਧੀ ਪੂਰਵਕ ਲੈ ਕਰਕੇ ਗਿਆਨ ਜਿਹੜਾ ਬ੍ਰਹਮ ਦਾ ਗਿਆਨ ਕਥਨ ਕਰਨਾ, ਗਿਆਨ ਨੂੰ ਧਾਰਨ ਕਰਨਾ। ਸਾਂਖੀ ਜਿਹੜੇ ਆ ਉਹ ਈਸ਼ਰਵਾਦੀ ਆ ਕਿ ਇੱਕ ਦੇਸੀ ਆ। ਵਿਸ਼ੇਖਕ ਜਿਹੜਾ ਇਹ ਅਨੀਸ਼ਰਵਾਦੀ ਹੈ, ਉਹ ਕਹਿੰਦੇ ਹੈ ਹੀ ਨਹੀਂ ਰੱਬ, ਜਿਉਂ ਕਾਸ ਤੇ ਹੋਤ ਹੈ। ਸੋ ਜਿਵੇਂ ਘਾਹ ਤੋਂ ਘਾਹ ਹੁੰਦਾ, ਇਸੇ ਤਰ੍ਹਾਂ ਨਰ ਨਰ ਤੇ ਹੋਏ ਔਰ ਨਾ ਕਰਤਾ ਕੋਈ। ਕਹਿੰਦੇ ਜਿਵੇਂ ਉਹ ਸਮਾਂ ਆਉਂਦਾ ਤੇ ਜੋ ਘਾਹ ਮੋਥਾ ਮੈਣਾ ਇਤਿਆਦਿਕ ਜਮੀ ਜੋ ਵੀ ਹੈ ਸਾਰੀਆਂ ਇਹ ਬਨਸਪਤੀਆਂ ਪੱਕ ਕੇ ਇਹਨਾਂ ਦਾ ਬੀਜ ਹੇਠਾਂ ਗਿਰ ਜਾਂਦਾ। ਬੀਜ ਪਿਆ ਰਹਿੰਦਾ, ਜਦੋਂ ਸਮਾਂ ਆਉਂਦਾ ਸਮੇਂ ਦੇ ਨਾਲ ਫਿਰ ਆਪਣੇ ਆਪ ਹੀ ਉੱਗਦਾ ਤੇ ਰੁੱਤ ਦੇ ਵਿੱਚ ਉੱਗ ਕੇ ਉਹ ਫਿਰ ਪ੍ਰਫੁੱਲਤ ਹੋ ਜਾਂਦਾ। ਇਸ ਤਰ੍ਹਾਂ ਇਹ ਕਹਿੰਦੇ ਵੀ ਮਨੁੱਖ ਨੂੰ ਜਾਂ ਕਿ ਸ੍ਰਿਸ਼ਟੀ ਨੂੰ ਕਿਸੇ ਨੇ ਨਹੀਂ ਬਣਾਉਣਾ ਕੀਤਾ, ਆਪਣੇ ਆਪ ਹੀ ਇਹ ਸਮੇਂ ਨਾਲ ਹੀ ਤੁਰੀ ਆਉਂਦੀ ਹੈ। ਰਹੋ ਵਿਚਾਰ। ਪਰ ਪਰਮੇਸ਼ਰ ਜੋ ਹੈ ਉਹ ਸਾਰੇ ਵਿਧੀਆਂ ਨਾਲ ਸਮਰੱਥ ਹੈ ਔਰ ਸਾਰਿਆਂ ਦਾ ਰਚਨਹਾਰਾ ਹੈ। ਇਹ ਸਤਿਗੁਰੂ ਗਰੀਬ ਨਿਵਾਜ ਜੀ ਨੇ ਪੂਰਨ ਬ੍ਰਹਮ ਵਿਖਾ ਦਿੱਤਾ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਤਿਗੁਰ ਗੁਰ ਸੇਵ ਅਲਖ ਗਤ ਜਾ ਕੀ, ਸ੍ਰੀ ਰਾਮਦਾਸ ਤਾਰਨ ਤਰਣੰ। ਗੁਰੂ ਕੇ ਪਿਆਰਿਓ, ਸਾਂਗ ਸ਼ਾਸਤਰ ਚੇਤਨ ਦੇ ਸਰੂਪ ਨੂੰ ਜਾਣਨ ਵਾਸਤੇ ਸਹਾਇਕ ਜਾਣੋ। ਨਿਆਇਕ ਜਿਹੜਾ ਇਹ ਪਰਮੇਸ਼ਰ ਨੂੰ ਕਰਤਾ ਸਿੱਧ ਕਰਦਾ, ਕਰਤਰੀ ਭਾਵ ਕਰਦਾ ਨਾ, ਕਿ ਜੀਵ ਨੂੰ ਕਰਤਰੀ ਭਾਵ ਦੇ ਨਾਲ ਇਹ ਸਿੱਧ ਕਰਦਾ, ਇਹ ਚੋਂ ਕਰਤਰੀ ਭਾਵ ਲੈਣਾ। ਇਸੇ ਤਰ੍ਹਾਂ ਵਿਸ਼ੇਖ ਜਿਹੜਾ ਇਹ ਸਮੇਂ ਨੂੰ ਐਵੇਂ ਨਾ ਲੰਘਾਓ, ਇਹ ਇੱਥੋਂ ਭਾਵ ਲੈ ਲੈਣਾ। ਤੇ ਪੂਰਬ ਮੀਮਾਂਸਾ ਜਿਹੜਾ ਹੈ ਚੰਗੇ ਕਰਮ ਕਰਨੇ ਚਾਹੀਦੇ ਆ। ਉਹ ਕਹਿੰਦਾ ਨਾ ਭਾਗੇ ਭੋਗੇ ਬਿਨ ਭਾਗੇ ਨਹੀਂ, ਕਰਮ ਗਤੀ ਬਲਵਾਨ। ਇਸ ਕਰਕੇ ਇਹ ਚੰਗੇ ਕਰਮ ਹੀ ਕਰਨੇ ਚਾਹੀਦੇ ਆ। ਜੇ ਮਾੜੇ ਕਰਮ ਕੀਤੇ ਉਹ ਆਪ ਨੂੰ ਹੀ ਭੋਗਣੇ ਪੈਣੇ ਆ। ਭਾਵੇਂ ਸੋ ਅਵਸ਼ਮੇਵ ਭੁਗਤਭਯੰ ਕਰਮੰ ਕ੍ਰਿਤ ਸ਼ੁਭਾ ਸ਼ੁਭੰ ਅਭੁਗਤਿੰ ਥੀਏਤੇ ਕੋਟ ਜਨਮ ਯਦੀਰਪੇ। ਕਹਿੰਦੇ ਜ਼ਰੂਰ ਪਰ ਜ਼ਰੂਰ ਇਹ ਕਰਮ ਜਿਹੜੇ ਕੀਤੇ ਆ ਇਹਨਾਂ ਨੂੰ ਭੋਗਣਾ ਪਵੇਗਾ, ਭਾਵੇਂ ਕਰੋੜਾਂ ਜਨਮ ਲੈਣੇ ਪੈਣ। ਇਹ ਜਨਮ ਜਿਹੜੇ ਆ ਇਹ ਕਰਮ ਜੋ ਹੈ ਬਿਨਾਂ ਭੋਗੇ ਤੋਂ ਇਹ ਐਵੇਂ ਵਿਅਰਥ ਨਹੀਂ ਜਾਣੇ, ਜੋ ਮਰਜ਼ੀ ਕਰ ਲਓ। ਇਸ ਕਰਕੇ ਤੂੰ ਇਹ ਲੈ ਲੈਣਾ ਕਿ ਸ਼ੁਭ ਕਰਮ ਕਰਨੇ ਚਾਹੀਦੇ ਆ। ਸੋ ਪਤੰਜਲੀ ਜਿਹੜਾ ਹੈ ਯੋਗ ਪਤੰਜਲ, ਇੱਥੋਂ ਲੈਣਾ ਚਿੱਤ ਦੀ ਇਕਾਗਰਤਾ ਕਰਨੀ। ਗਿਆਨ ਜਿਹੜਾ ਹੈ ਇਹ ਵੇਦ ਸ਼ਾਸਤਰ ਜਿਹੜਾ ਵਿਦਾਂਤ ਸ਼ਾਸਤਰ ਇਹ ਗਿਆਨ 'ਚ ਸਹਾਇਕ ਹੈ। ਇਸ ਤਰ੍ਹਾਂ ਇਹਨਾਂ ਨੂੰ ਵਿਧੀ ਪੱਖ ਇਹਨਾਂ ਦਾ ਲੈ ਕੇ ਇੱਕ ਇੱਕ ਗੁਣ ਜਿਹੜਾ ਹੈ ਇਹਦੇ ਵਿੱਚ ਸਹਾਇਕ ਹੋ ਜਾਂਦੇ ਹਨ। ਗੁਰੂ ਕੇ ਪਿਆਰਿਓ, ਧੰਨ ਗੁਰੂ ਗਰੀਬ ਨਿਵਾਜ ਜੀ ਨੇ ਇਹ ਸਾਰੇ ਗਿਆਨ ਦੇ ਖਜ਼ਾਨੇ, ਸਾਰਾ ਬ੍ਰਹਮ ਸੰਪੂਰਨ ਤੌਰ 'ਤੇ ਇਹ ਬ੍ਰਹਮ ਵਿਦਿਆ ਵਿੱਚ ਕਥਨ ਕਰਤਾ ਧੁਰ ਕੀ ਬਾਣੀ ਵਿੱਚ। ਭਾਈ ਗੁਰਦਾਸ ਸਾਹਿਬ ਜੀ ਨੇ ਲਿਖਿਆ ਨਾ, ਗਿਆਨਨ ਮੈਂ ਗਿਆਨ ਅਰ ਧਿਆਨਨ ਮੈਂ ਧਿਆਨ ਗੁਰ। ਸਾਰੇ ਜਿਹੜੇ ਗਿਆਨ ਆ ਨਾ ਉਹਨਾਂ ਵਿੱਚੋਂ ਸ਼੍ਰੋਮਣੀ ਗਿਆਨ ਹੈ ਸਤਿਗੁਰੂ ਗਰੀਬ ਨਿਵਾਜ ਦਾ। ਸਾਰੇ ਜੋ ਧਿਆਨ ਮੰਨਿਆ, ਕੋਈ ਮੂਰਤੀ ਦਾ ਧਿਆਨ ਧਰਦਾ, ਕੋਈ ਕਿਸੇ ਦਾ ਧਿਆਨ ਧਰਦਾ, ਕੋਈ ਕਿਸੇ ਦਾ,
ਸੋ ਉਹ ਸਾਰੇ ਧਿਆਨਾਂ ਦੇ ਵਿੱਚੋਂ ਕੋਈ ਕਹਿੰਦਾ ਤ੍ਰਿਕੁਟੀ ਦਾ ਧਿਆਨ ਧਰੋ, ਕੋਈ ਕਹਿੰਦਾ ਸੋ ਨਾਭੀ ਦਾ ਧਿਆਨ ਧਰੋ, ਕੋਈ ਕਹਿੰਦਾ ਦਸਮ ਦੁਆਰ ਦੇ ਵਿੱਚ ਧਿਆਨ ਲਾਓ। ਇਹ ਸਾਰੇ ਧਿਆਨਾਂ ਵਿੱਚੋਂ ਜੋ ਸਤਿਗੁਰੂ ਜੀ ਨੇ ਧਿਆਨ ਬਖਸ਼ਿਸ਼ ਕੀਤਾ ਨਾ, ਧੁਨ ਮੈਂ ਧਿਆਨ ਮੈਂ ਜਾਣਿਆ ਗੁਰਮੁਖ ਕਥ ਕਹਾਣੀ, ਇਹ ਸਭ ਤੋਂ ਸ੍ਰੇਸ਼ਟ ਹੈ। ਇਸ ਕਰਕੇ ਇਹੋ ਜਿਹੇ ਜੋ ਸ੍ਰੇਸ਼ਟ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੀ ਜੋ ਅਲੱਖ ਗਤੀ ਵਾਲੇ ਸਤਿਗੁਰੂ ਜੀ ਹਨ, ਜੋ ਸੰਸਾਰ ਸਮੁੰਦਰ ਤੋਂ ਤਾਰਨ ਵਾਸਤੇ ਜਹਾਜ਼ ਦੀ ਨਿਆਈ ਹਨ। ਸਤਿਗੁਰ ਗੁਰ ਸੇਵ, ਪੂਜਨੀਕ ਸਤਿਗੁਰੂ ਜੀ ਦੀ ਸੇਵਾ ਕਰੀਏ ਭਾਈ। ਸੋ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ, ਅੱਗੇ ਤੋਂ ਸਮਤ ਬਖਸ਼ਣੀ, ਸਮੇਂ ਦੀ ਸਮਾਪਤੀ ਹੈ। ਉਹਨਾਂ ਭੁੱਲਾਂ ਦੀ ਖਿਮਾ ਬਖਸ਼ਦਿਆਂ ਆਓ ਪਿਆਰਿਓ ਸਤਿਗੁਰੂ ਜੀ ਦੇ ਚਰਨਾਂ 'ਚ ਅਰਦਾਸ ਕਰਨੀ, ਸਤਿਗੁਰੂ ਇਹਨਾਂ ਚੀਜ਼ਾਂ ਨੂੰ ਵੀ ਆਪਣਾ ਭੈ ਅਦਬ ਪ੍ਰੇਮ ਬਖਸ਼ੋ, ਤਾਂ ਜੋ ਆਪ ਜੀ ਦੀ ਸੇਵਾ ਕਾਲ ਕਮਾਈ ਕਰਕੇ ਨਿਹਾਲ ਹੋ ਸਕੀਏ। ਇਹ ਪਾਵਨ ਉਪਦੇਸ਼ ਸਾਡੇ ਹਿਰਦਿਆਂ 'ਚ ਵਸੇ, ਜੋ ਆਪ ਜੀ ਦਾ ਉਪਦੇਸ਼ ਕਮਾ ਕੇ ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਅਸੀਂ ਵੀ ਆਪਣੇ ਜੀਵਨ ਨੂੰ ਸਫਲ ਕਰ ਸਕੀਏ। ਆਓ ਦੋ ਪੰਕਤੀਆਂ ਪੜ੍ਹ ਕੇ ਫਤਿਹ ਬੁਲਾਈਏ। ਜਗ ਜੀਵਨ ਜਗਨਨਾਥ ਜਲ ਥਲ ਮਹਿ, ਰਹਿਆ ਪੂਰ ਬਹੁ ਬਿਦ ਵਰਨੰ, ਸਤਿਗੁਰ ਗੁਰ ਸੇਵ ਅਲਖ ਗਤ ਜਾ ਕੀ, ਸ੍ਰੀ ਰਾਮਦਾਸ ਤਾਰਨ ਤਰਣੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।